ਸਾਹਿਬ ਜੀਓ ਇੱਕ ਓੰਕਾਰ ਸਤਿਗੁਰ ਪ੍ਰਸਾਦ ਸ਼੍ਰੀ ਨਾਨਕ ਪਾਦ ਪੰਕਜ ਬੰਦਨ ਪਾਦ ਪੰਕਜ ਬੰਦਨ ਸਿਮਰਉ ਅੰਗਦ ਦੁਖ ਨਿਕੰਦਨ ਗੁਰ ਅਮਰਦਾਸ ਹਿਰਦੈ ਨਿਤ ਧਿਆਉ ਜੀ ਹਿਰਦੈ ਸ਼੍ਰੀ ਗੁਰੂ ਰਾਮਦਾਸ ਗੁਣ ਗਾਓ ਗੁਰ ਅਰਜਨ ਵਿਗਨਨ ਕੇ ਨਾਸ਼ਕ ਵਿਗਨਨ ਕੇ ਨਾਸ਼ਕ ਸ਼੍ਰੀ ਹਰਿਗੋਬਿੰਦ ਸੁਭ ਸੁਮਤ ਪ੍ਰਕਾਸ਼ਕ ਸ਼੍ਰੀ ਹਰਿ ਰਾਇ ਨਮੋ ਕਰ ਜੋਰੀ ਨਮੋ ਕਰ ਜੋਰੀ ਸ਼੍ਰੀ ਹਰਿ ਕ੍ਰਿਸ਼ਨ ਮਨਾਉ ਬਹੋਰੀ ਗੁਰ ਤੇਗ ਬਹਾਦਰ ਪਰਮ ਕਿਰਪਾਲਾ ਜੀ ਪਰਮ ਕਿਰਪਾਲਾ ਸ਼੍ਰੀ ਗੁਰੂ ਗੋਬਿੰਦ ਸਿੰਘ ਵਿਸਾਲਾ ਤਰੁ ਤਰਾ ਤਰ ਪੁਨ ਪੁਨ ਸੀਸਾ ਜੀ ਪੁਨ ਪੁਨ ਸੀਸਾ ਬੰਦੋ ਬਾਰ ਬਾਰ ਜਗਦੀਸਾ ਜਿਸ ਮਹਿ ਅੰਮ੍ਰਿਤ ਗਿਆਨ ਹੈ ਮਾਨਕ ਭਗਤ ਬੈਰਾਗ ਸ਼੍ਰੀ ਗੁਰੂ ਗ੍ਰੰਥ ਸਾਹਿਬ ਉਤਤ ਬੰਦੋ ਕਰਿ ਅਨਰਾਗ ਏਕੰਕਾਰਾ ਸਤਿਗੁਰੂ ਤੇਹ ਪ੍ਰਸਾਦ ਸਚ ਹੋਏ ਵਾਹਿਗੁਰੂ ਜੀ ਕੀ ਫਤਿਹ ਹੈ ਵਿਘਨ ਵਿਨਾਸ਼ਨ ਸੋਏ ਵਾਹਿਗੁਰੂ ਜੀ ਕੀ ਫਤਿਹ ਹੈ ਵਿਘਨ ਵਿਨਾਸ਼ਨ ਸੋਏ ਵਾਹਿਗੁਰੂ ਜੀ ਇਮਰ ਨਿਚੈ ਕਰ ਸਤਿਓ ਰਾਤੀ ਸਤਿਗੁਰ ਸਿਮਰਤ ਜਾਗਿਓ ਪ੍ਰਾਤੀ ਸੰਤਾ ਕੂਰ ਦੂਰ ਹੀ ਜਾਏ ਸੋਤ ਸਨਾਨ ਕੀਨ ਮਨ ਧਾਰੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਤਿਤ ਪਾਵਨ ਭਗਤ ਵਸ਼ਲ 10 ਗੁਰੂ ਸਾਹਿਬਾਨ ਦੇ ਆਤਮਿਕ ਸਵਰੂਪ ਕਲਯੁਗੀ ਜੀਵਾਂ ਨੂੰ ਤਾਰਨਹਾਰੇ ਗਿਆਨ ਦੇ ਸਾਗਰ
ਸਾਹਿਬ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ, ਤਿੰਨਾਂ ਦੀ ਪਵਿੱਤਰ ਮੁਕੱਦਸ ਹਜ਼ੂਰੀ ਅੰਦਰ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਔਰ ਸਾਹਿਬ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ, ਤਿੰਨਾਂ ਦੇ ਪਵਿੱਤਰ ਅਸਥਾਨ ਗੁਰਦੁਆਰਾ ਸ੍ਰੀ ਛੇਹਰਟਾ ਸਾਹਿਬ ਵਿਖੇ ਸ਼ਾਮ ਦੇ ਵੇਲੇ ਦੇ ਦੀਵਾਨਾਂ ਦੀ ਆਰੰਭਤਾ ਹੋਈ ਹੈ। ਆਓ ਰੋਜ਼ਾਨਾ ਦੀ ਤਰ੍ਹਾਂ ਸਭ ਤੋਂ ਪਹਿਲਾਂ ਗੁਰ ਇਤਿਹਾਸ ਦੀ ਲੜੀਵਾਰ ਕਥਾ ਵਿਚਾਰ ਸਰਵਣ ਕਰੀਏ। ਉਪਰੰਤ ਗੁਰਬਾਣੀ ਦਾ ਕੀਰਤਨ ਔਰ ਗੁਰਬਾਣੀ ਦਾ ਪਾਠ ਆਪ ਸਮੂਹ ਸੰਗਤ ਸਰਵਣ ਕਰੋਗੇ। ਚੱਲ ਰਹੀ ਇਤਿਹਾਸ ਦੀ ਲੜੀ ਦੇ ਵਿੱਚ ਆਪਾਂ ਸਾਹਿਬ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਜੀਵਨ ਦੇ ਵਿੱਚੋਂ ਇਹ ਇਤਿਹਾਸ ਸਰਵਣ ਕਰ ਰਹੇ ਹਾਂ ਕਿ ਗਰੀਬ ਨਿਵਾਜ ਸਤਿਗੁਰਾਂ ਦੇ ਚਰਨਾਂ ਦੇ ਵਿੱਚ ਸੰਗਤ ਇੱਕ ਵਾਰੀ ਬਹੁਤ ਕੀਮਤੀ 2 ਘੋੜੇ ਲੈ ਕੇ ਆ ਰਹੀ ਸੀ ਤੇ ਬਾਦਸ਼ਾਹ ਦੇ ਅਹਿਲਕਾਰਾਂ ਨੇ ਰਸਤੇ ਦੇ ਵਿੱਚ ਉਹ ਘੋੜੇ ਖੋਹ ਲਏ ਸਨ, ਜਿਨ੍ਹਾਂ ਦਾ ਨਾਮ ਦਿਲਬਾਗ ਤੇ ਗੁਲਬਾਗ ਸੀਗਾ। ਤੇ ਬੜੀ ਚਤੁਰਾਈ ਦੇ ਨਾਲ, ਬੜੀ ਤੇਜ਼ ਤੇ ਤੀਖਣ ਬੁੱਧੀ ਦੇ ਨਾਲ 6ਵੇਂ ਪਾਤਸ਼ਾਹ ਜੀ ਦੇ ਆਸ਼ੀਰਵਾਦ ਲੈ ਕਰਕੇ ਬਾਬਾ ਬਿਧੀ ਚੰਦ ਜੀ ਨੇ ਇੱਕ ਘੋੜਾ ਪਹਿਲਾਂ ਕਿਲੇ ਦੇ ਵਿੱਚੋਂ ਘਾਈ ਬਣ ਕੇ ਨੌਕਰੀ ਉੱਥੇ ਲੈ ਕਰਕੇ ਤੇ ਕਿਲੇ ਦੇ ਦੀਵਾਰ ਦੇ ਉੱਤੋਂ ਦੀ ਛਾਲ ਮਰਵਾ ਕੇ ਤੇ ਘੋੜਾ ਦਰਿਆ ਦੇ ਵਿੱਚ ਦੀ ਠੇਲ ਕੇ ਤੇ ਇੱਕ ਘੋੜਾ 6ਵੇਂ ਪਾਤਸ਼ਾਹ ਜੀ ਦੇ ਚਰਨਾਂ ਦੇ ਵਿੱਚ ਲੈ ਗਏ ਹਨ। ਤੇ ਦੂਸਰਾ ਘੋੜਾ ਲੈਣ ਵਾਸਤੇ ਫਿਰ 6ਵੇਂ ਪਾਤਸ਼ਾਹ ਜੀ ਦੇ ਚਰਨਾਂ ਦੇ ਵਿੱਚੋਂ ਆਗਿਆ ਲੈ ਕਰਕੇ ਬਾਬਾ ਬਿਧੀ ਚੰਦ ਜੀ ਉਸ ਵੇਲੇ ਫਿਰ ਲਾਹੌਰ ਵਾਲੇ ਪਾਸੇ ਨੂੰ ਗਏ ਹਨ। ਉੱਧਰ 6ਵੇਂ ਪਾਤਸ਼ਾਹ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਨਗਰ ਭਾਈ ਰੂਪੇ ਵਿਖੇ ਸਨ। ਉਹਨਾਂ ਦੇ ਚਰਨਾਂ ਦੇ ਵਿੱਚ ਰਾਏ ਜੋਧ ਨੇ ਬੇਨਤੀ ਕੀਤੀ, ਪਾਤਸ਼ਾਹ ਕਿਰਪਾ ਕਰੋ, ਮੇਰਾ ਇੱਥੋਂ 3 ਕੋਹ ਨਗਰ ਹੈ ਕਾਂਗੜ, ਤੇ ਸਤਿਗੁਰੂ ਜੀ ਤੁਸੀਂ ਉੱਥੇ ਪਹੁੰਚ ਕਰਕੇ ਮੇਰੇ ਘਰ ਨੂੰ ਵੀ ਪਵਿੱਤਰ ਕਰੋ, ਮਿਹਰ ਕਰੋ। ਤੇ 6ਵੇਂ ਪਾਤਸ਼ਾਹ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਬਾਬਾ ਬਿਧੀ ਚੰਦ ਜੀ ਨੂੰ ਤੋਰ ਕੇ ਤੇ ਸਤਿਗੁਰੂ ਜੀ ਆਪ ਫਿਰ ਉੱਥੇ ਪਹੁੰਚ ਗਏ ਸਨ। ਨਗਰ ਕਾਂਗੜ ਵਿਖੇ ਸਾਰਾ ਜਥਾ ਸੈਨਾ ਸਮੇਤ ਪਾਤਸ਼ਾਹ ਜੀ ਉੱਥੇ ਪਹੁੰਚੇ ਹੋਏ ਹਨ। ਤਕਰੀਬਨ 7 ਦਿਨ ਦਾ ਸਮਾਂ ਬਤੀਤ ਹੋ ਚੁੱਕਾ ਹੈ। ਤੇ ਇੱਧਰ ਬਾਬਾ ਬਿਧੀ ਚੰਦ ਜੀ ਜਦੋਂ ਲਾਹੌਰ ਚੱਲ ਕੇ ਆਏ ਹਨ ਤੇ ਰਸਤੇ ਦੇ ਵਿੱਚ ਕਈ ਤਰ੍ਹਾਂ ਦੀਆਂ ਵਿਉਂਤਾਂ ਬਣਾਈਆਂ ਕਿ ਦੂਸਰਾ ਘੋੜਾ ਕਿਵੇਂ ਕੱਢਿਆ ਜਾਏ। ਕਿਲੇ ਦੇ ਵਿੱਚ ਸਖਤਾਈ ਬਹੁਤ ਜ਼ਿਆਦਾ ਹੋ ਗਈ ਹੈ ਤੇ ਬਾਬਾ ਬਿਧੀ ਚੰਦ ਜੀ ਲਾਹੌਰ ਸ਼ਹਿਰ ਦੇ ਵਿੱਚ ਇੱਕ ਧਰਮਸ਼ਾਲਾ ਪੁਰਾਣੀ ਬਣੀ ਹੋਈ ਹੈ, ਉੱਥੇ ਗੁਰੂ ਕੇ ਸਿੱਖ ਰਲ ਕੇ ਮਾਲਕ ਦੀ ਕੀਰਤੀ ਕਰਦੇ ਹਨ। ਬੜੀ ਵਾਰ ਸਤਿਗੁਰੂ ਪਹਿਲੇ ਗੁਰੂ ਸਾਹਿਬਾਨਾਂ ਦਾ ਆਉਣਾ ਜਾਣਾ ਲਾਹੌਰ ਰਿਹਾ ਹੈ, ਕਈ ਧਰਮਸ਼ਾਲਾ ਬਣੀਆਂ ਹੋਈਆਂ ਹਨ। ਤੇ ਬਾਬਾ ਬਿਧੀ ਚੰਦ ਜੀ ਇੱਕ ਧਰਮਸ਼ਾਲਾ ਦੇ ਵਿੱਚ ਪਹੁੰਚੇ ਤੇ ਬਾਹਰ ਇੱਕ ਢੰਡੋਰਾ ਪਿੱਟਣ ਵਾਲਾ ਆਇਆ ਹੈ ਤੇ ਉਹਨੇ ਗਲੀ ਦੇ ਵਿੱਚ ਥਾਂ ਥਾਂ ਤੇ ਜਾ ਕਰਕੇ ਉੱਚੀ ਸਾਰੀ ਇਹ ਢੰਡੋਰਾ ਪਿੱਟਿਆ ਹੈ ਕਿ ਹੇ ਲੋਕੋ, ਬਾਦਸ਼ਾਹ ਦੇ 7 ਦਿਨ ਹੋ ਗਏ ਹਨ, ਇੱਕ ਜਿਹੜਾ ਘੋੜਾ ਹੈ ਉਹ ਚੋਰੀ ਹੋਇਆ ਹੈ, ਅਜੇ ਤੱਕ ਕੋਈ ਪਤਾ ਨਹੀਂ ਲੱਗਿਆ। ਤੇ ਜਿਹੜਾ ਕੋਈ ਦੱਸ ਪਾਏਗਾ, ਕੋਈ ਟਿਕਾਣਾ ਦੱਸੇਗਾ ਘੋੜੇ ਬਾਰੇ, ਕੋਈ ਜਾਣਦਾ ਹੋਵੇ ਤੇ ਜਿਹੜਾ ਲੱਭਣ ਦੇ ਵਿੱਚ ਸਹਾਇਤਾ ਕਰੇਗਾ ਤੇ ਬਾਦਸ਼ਾਹ ਦੇ ਕੋਲੋਂ ਮੂੰਹ ਮੰਗਿਆ ਉਹਨੂੰ ਇਨਾਮ ਮਿਲੇਗਾ। ਤੇ ਹੋਰ ਵੀ ਜੇਕਰ ਕੋਈ ਰੁਤਬਾ ਤੇ ਅਹੁਦਾ ਉਹਦੀ ਇੱਛਾ ਹੋਵੇ ਤੇ ਅਹੁਦਾ ਵੀ ਦਿੱਤਾ ਜਾ ਸਕਦਾ ਹੈ। ਇਸ ਕਰਕੇ ਬਾਦਸ਼ਾਹ ਨੇ ਐਲਾਨ ਕਰ ਦਿੱਤਾ ਹੈ, ਘੋੜੇ ਦੀ ਦੱਸ ਪਾਉਣ ਵਾਲੇ ਨੂੰ ਮੈਂ ਮੂੰਹ ਮੰਗਿਆ ਇਨਾਮ ਦੇਵਾਂਗਾ। ਤੇ ਇਹ ਗਲੀ ਦੇ ਵਿੱਚ ਢੰਡੋਰਾ ਪਿੱਟਣ ਵਾਲਾ ਸਾਰਿਆਂ ਨੂੰ ਕਹਿ ਰਿਹਾ ਹੈ ਤੇ ਉੱਥੇ ਜਿਹੜੇ ਸਿੱਖ ਮੌਜੂਦ ਸਨ
ਬਾਬਾ ਬਿਧੀ ਚੰਦ ਜੀ ਉਹਨਾਂ ਨੂੰ ਪੁੱਛਦੇ ਹਨ, ਕਹਿਣ ਲੱਗੇ ਕੀ ਕਿਹਾ ਜਾ ਰਿਹਾ ਹੈ? ਤੇ ਉਹਨਾਂ ਨੇ ਸਾਰਿਆਂ ਨੇ ਦੱਸਿਆ ਹੈ ਕਿ ਇਹ ਬਾਦਸ਼ਾਹ ਦਾ ਢੰਡੋਰਾ ਪਿੱਟ ਰਿਹਾ ਹੈ, ਸੁਨੇਹਾ ਦੇ ਰਿਹਾ ਹੈ ਕਿ ਜਿਹੜਾ ਕੋਈ ਘੋੜੇ ਦੀ ਦੱਸ ਪਾਏਗਾ ਉਹਨੂੰ ਵੱਡਾ ਇਨਾਮ ਦਿੱਤਾ ਜਾਏਗਾ। ਤੇ ਬਾਦਸ਼ਾਹ ਨੂੰ ਲੋੜ ਹੈ ਕਿਸੇ ਖੋਜੀ ਦੀ, ਕੋਈ ਜੋਤਸ਼ੀ ਹੋਵੇ, ਕੋਈ ਖੋਜੀ ਹੋਵੇ, ਜਿਹੜਾ ਕੋਈ ਨਾ ਕੋਈ ਖੁਰਾ ਖੋਜ ਲੱਭੇ ਘੋੜੇ ਦਾ ਤੇ ਘੋੜੇ ਤੱਕ ਪਹੁੰਚਿਆ ਜਾਵੇ। ਬਾਦਸ਼ਾਹ ਬਹੁਤ ਵੱਡੀ ਬੇਇੱਜ਼ਤੀ ਸਮਝਦਾ ਹੈ ਜੇ ਨਾ ਘੋੜਾ ਲੱਭਿਆ। ਇਸ ਕਰਕੇ ਭਾਲ ਹੈ ਚੰਗੇ ਖੋਜੀ ਦੀ, ਕਿਸੇ ਦੱਸ ਪਾਉਣ ਵਾਲੇ ਦੀ। ਬਾਬਾ ਬਿਧੀ ਚੰਦ ਜੀ ਨੇ ਫਿਰ ਮਨ ਦੇ ਵਿੱਚ ਕਈ ਤਰ੍ਹਾਂ ਦੀਆਂ ਸੋਚਾਂ ਸੋਚ ਰਹੇ ਸਨ ਤੇ ਹੁਣ ਮਨ ਬਣਾ ਲਿਆ ਹੈ ਕਿ ਮੈਂ ਖੋਜੀ ਬਣ ਕੇ, ਇੱਕ ਜੋਤਸ਼ੀ ਬਣ ਕੇ, ਕਿਉਂਕਿ ਬਾਦਸ਼ਾਹ ਨੂੰ ਜੋਤਸ਼ੀ ਦੀ ਲੋੜ ਹੈ, ਤੇ ਮੈਂ ਇਹੋ ਜਿਹਾ ਭੇਸ ਧਾਰਨ ਕਰਕੇ ਤੇ ਕਿਲ੍ਹੇ ਦੇ ਵਿੱਚ ਇੱਕ ਵਾਰੀ ਚਲਿਆ ਜਾਵਾਂ। ਉਸ ਤਰ੍ਹਾਂ ਤਾਂ ਮੈਨੂੰ ਕਿਲ੍ਹੇ ਦੇ ਵਿੱਚ ਲੰਘਿਆ ਨਹੀਂ ਜਾਏਗਾ ਮੇਰੇ ਕੋਲੋਂ, ਤੇ ਬਾਦਸ਼ਾਹ ਨੂੰ ਲੋੜ ਹੈ ਖੋਜੀ ਦੀ, ਕਿਸੇ ਜੋਤਸ਼ੀ ਦੀ, ਤੇ ਮੈਂ ਇਸੇ ਤਰ੍ਹਾਂ ਦਾ ਭੇਸ ਧਾਰਨ ਕਰਕੇ ਜਾ ਸਕਦਾ ਹਾਂ। ਬਾਬਾ ਬਿਧੀ ਚੰਦ ਜੀ ਨੇ ਮਨ ਦੇ ਵਿੱਚ ਵਿਚਾਰ ਬਣਾਇਆ ਹੈ। ਤੇ ਹੁਣ ਆਪਾਂ ਪਿਛਲੇ ਦੀਵਾਨਾਂ ਦੇ ਵਿੱਚ ਇਹ ਸਰਵਣ ਕਰ ਰਹੇ ਸੀਗੇ ਕਿ ਦੇਖੋ ਇਹ ਮਨ ਦੇ ਵਿੱਚ ਵਿਚਾਰ ਬਾਬਾ ਬਿਧੀ ਚੰਦ ਜੀ ਨੇ ਪੱਕਾ ਕਰ ਲਿਆ ਹੈ ਕਿ ਕਈ ਤਰ੍ਹਾਂ ਦੇ ਵਿਚਾਰ ਮਨ ਦੇ ਵਿੱਚ ਆ ਰਹੇ ਹਨ, ਜਾ ਰਹੇ ਹਨ। ਕਦੇ ਕੋਈ ਤਰੀਕਾ ਬਾਬਾ ਬਿਧੀ ਚੰਦ ਜੀ ਮਨ ਦੇ ਵਿੱਚ ਲੈ ਕੇ ਆਉਂਦੇ ਹਨ, ਕਦੇ ਕੋਈ ਤਰੀਕਾ। ਹੁਣ ਇਹੀ ਤਰੀਕਾ ਹੈ ਕਿ ਮੈਂ ਖੋਜੀ ਬਣ ਕੇ, ਇੱਕ ਜੋਤਸ਼ੀ ਬਣ ਕੇ, ਬਾਬਾ ਬਿਧੀ ਚੰਦ ਜੀ ਨੇ ਮਨ ਪੱਕਾ ਕਰ ਲਿਆ ਹੈ ਕਿ ਮੈਂ ਹੁਣ ਕਿਲ੍ਹੇ ਦੇ ਵਿੱਚ ਪ੍ਰਵੇਸ਼ ਕਰਾਂਗਾ। ਆਓ ਕਿਵੇਂ ਬਾਬਾ ਬਿਧੀ ਚੰਦ ਜੀ ਫਿਰ ਇਸ ਤਰੀਕੇ ਦੇ ਮੁਤਾਬਕ ਭੇਸ ਧਾਰਨ ਕਰਦੇ ਹਨ ਤੇ ਕਿਲ੍ਹੇ ਦੇ ਵਿੱਚ ਪਹੁੰਚਦੇ ਹਨ। ਉਸ ਵੇਲੇ ਦਾ ਪ੍ਰਸੰਗ ਇਕਾਗਰਤਾ ਦੇ ਨਾਲ ਸਰਵਣ ਕਰੀਏ। ਇੱਕ ਵਾਰੀ ਸਾਰੀ ਸੰਗਤ ਅਗਲੇਰਾ ਇਤਿਹਾਸ ਸਰਵਣ ਕਰਨ ਤੋਂ ਪਹਿਲਾਂ ਗੁਰੂ ਕੇ ਚਰਨਾਂ ਦੇ ਵਿੱਚ ਹਾਜ਼ਰੀ ਲਵਾਉਂਦੇ ਹੋਏ ਫਤਿਹ ਬੁਲਾਵੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੇ ਉਸ ਧਰਮਸ਼ਾਲਾ ਦੇ ਵਿੱਚ ਬਾਬਾ ਬਿਧੀ ਚੰਦ ਜੀ ਨੂੰ ਇੱਕ ਤਰੀਕਾ ਮਿਲ ਗਿਆ ਹੈ। ਜਦੋਂ ਢੰਡੋਰਾ ਪਿੱਟਣ ਵਾਲੇ ਨੇ ਉੱਚੀ ਉੱਚੀ ਆਵਾਜ਼ ਦਿੱਤੀ ਹੈ ਕਿ ਬਾਦਸ਼ਾਹ ਨੂੰ ਜੋਤਸ਼ੀ ਦੀ ਲੋੜ ਹੈ, ਤੇ ਹੁਣ ਬਾਬਾ ਬਿਧੀ ਚੰਦ ਜੀ ਨੇ ਰਾਤ ਪੱਕਾ ਮਨ ਬਣਾ ਲਿਆ ਹੈ, ਮੈਂ ਹੁਣ ਜੋਤਸ਼ੀ ਬਣਾਂਗਾ। ਤੇ ਫਿਰ ਇਸ ਤਰ੍ਹਾਂ ਇਮ ਨਿਸ਼ਚੈ ਕਰ ਸੁਪਤਿਓ ਰਾਤੀ, ਸਤਿਗੁਰ ਸਿਮਰਤ ਜਾਗਿਓ ਪਰਾਤੀ। ਰਾਤ ਪੱਕਾ ਮਨ ਬਣਾ ਕੇ ਬਾਬਾ ਬਿਧੀ ਚੰਦ ਜੀ ਆਰਾਮ ਕਰਨ ਲੱਗ ਪਏ। ਤੇ ਸੁਬਾਹ ਹੁੰਦਿਆਂ ਸਾਰ ਬਾਬਾ ਬਿਧੀ ਚੰਦ ਜੀ ਲਾਹੌਰ ਧਰਮਸ਼ਾਲਾ ਦੇ ਵਿੱਚ ਉੱਠੇ ਹਨ। ਤੇ ਫਿਰ ਰਾਵੀ ਦੇ ਕੰਢੇ ਕੰਢੇ ਚੱਲ ਕੇ ਦੂਰ ਤੱਕ ਬਾਬਾ ਬਿਧੀ ਚੰਦ ਜੀ ਅੰਮ੍ਰਿਤ ਵੇਲੇ ਉੱਠ ਕੇ ਗਏ ਹਨ। ਤੇ ਇੱਕ ਸ਼ਾਂਤ ਜਗ੍ਹਾ ਤੇ ਜਾ ਕਰਕੇ ਬਾਬਾ ਬਿਧੀ ਚੰਦ ਜੀ ਨੇ ਉੱਥੇ ਇਸ਼ਨਾਨ ਕੀਤਾ ਹੈ। ਪਹਿਲਾਂ ਇਹ ਵੀ ਜਾਣਦੇ ਹਨ ਕਿ ਮੈਂ ਇੱਥੇ ਪਹਿਲਾਂ ਵੀ ਹੋ ਕੇ ਗਿਆ ਹਾਂ, ਤੇ ਕਈ ਲੋਕ ਹੋ ਸਕਦਾ ਮੈਨੂੰ ਜਾਣਦੇ ਹੋਣ, ਤੇ ਬੜੇ ਧਿਆਨ ਦੇ ਨਾਲ ਬਾਬਾ ਬਿਧੀ ਚੰਦ ਜੀ ਇੱਥੇ ਵਿਚਰ ਰਹੇ ਹਨ। ਤੇ ਕਹਿਣ ਲੱਗੇ ਕਿ ਹੁਣ ਢਰੇ ਦੁਪਹਿਰੇ ਪੁਰ ਕੋ ਮੁਰਿਓ। ਜਦੋਂ ਦੁਪਹਿਰ ਢਰੀ ਹੈ ਤੇ ਬਾਬਾ ਬਿਧੀ ਚੰਦ ਜੀ ਵਾਪਸ ਇਸ ਸ਼ਹਿਰ ਵਾਲੇ ਪਾਸੇ ਪਰਤੇ ਹਨ। ਤੇ ਮਨ ਦੇ ਵਿੱਚ ਜਾਂਦਿਆਂ ਤੇ ਆਉਂਦਿਆਂ ਸਾਰੀ ਦੁਪਹਿਰ ਕਈ ਸੋਚਾਂ ਸੋਚਦੇ ਰਹੇ ਕਿਵੇਂ ਕੀਤਾ ਜਾਏ ਸਾਰਾ ਕੁਛ। ਤੇ ਹੁਣ ਇਹ ਪੱਕਾ ਨਿਰਣਾ ਕਰ ਲਿਆ, ਨਿਸ਼ਚਾ ਕਰ ਲਿਆ ਹੈ ਕਿ ਭਾਈ ਇਹੀ ਇੱਕ ਤਰੀਕਾ ਹੈ ਬਾਦਸ਼ਾਹ ਦੇ ਕਿਲ੍ਹੇ ਦੇ ਵਿੱਚ ਜਾਣ ਦਾ, ਉੱਥੇ ਪ੍ਰਵੇਸ਼ ਕਰਨ ਦਾ। ਮਨ ਬਣਾ ਲਿਆ ਬਾਬਾ ਬਿਧੀ ਚੰਦ ਜੀ ਨੇ, ਪੱਕਾ ਇਹ ਨਿਸ਼ਚਾ ਕਰ ਲਿਆ ਹੈ। ਤੇ ਕਹਿਣ ਲੱਗੇ ਕਿ ਉਸ ਵੇਲੇ ਫਿਰ ਬਾਬਾ ਬਿਧੀ ਚੰਦ ਜੀ ਨੇ ਖੱਤਰੀ ਸਿੱਖ ਬਹੋੜਾ ਨਾਮੂ, ਉੱਥੇ ਇੱਕ ਖੱਤਰੀ ਦੇ ਪਰਿਵਾਰ ਦੇ ਵਿੱਚੋਂ ਸਤਿਗੁਰਾਂ ਦੇ ਚਰਨਾਂ ਦੇ ਨਾਲ ਇੱਕ ਸਿੱਖ ਜੁੜਿਆ ਹੋਇਆ ਵਸਦਾ ਹੈ। ਤੇ ਬਹੁਤ ਪਿਆਰਾ ਸਹਿ ਪਾਤਸ਼ਾਹ ਧੰਨ ਗੁਰੂ ਅਰਜਨ ਦੇਵ ਜੀ ਦੇ ਵੇਲੇ ਤੋਂ ਸਹਿ ਪਾਤਸ਼ਾਹ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਚਰਨਾਂ ਕਰਦਾ ਤਗੜਾ ਸ਼ਰਧਾਲੂ ਆਪਣੀ ਕਿਰਤ ਕਰਦਾ ਹੈ।
ਜਾਏ। ਤੇ ਬਾਬਾ ਵਿਧੀ ਚੰਦ ਜੀ ਹੁਣ ਇਸ ਗੁਰੂ ਕੇ ਸਿੱਖ ਦੇ ਘਰ ਦੇ ਵਿੱਚ ਪੁੱਛ ਕੇ ਬਾਬਾ ਵਿਧੀ ਚੰਦ ਜੀ ਗਏ ਹਨ। ਦੇਖੇ ਉਠਿਓ ਬਹੁ ਭਵਨ ਤਾਏ। ਤੇ ਉਹ ਜਿਹੜਾ ਸਿੱਖ ਹੈ ਬਾਬਾ ਵਿਧੀ ਚੰਦ ਜੀ ਜਦੋਂ ਆਏ ਹਨ ਤੇ ਉਹਨੇ ਬਹੁਤ ਵੱਡਾ ਸਤਿਕਾਰ ਕੀਤਾ ਹੈ। ਦੇਖਤ ਉਠਿਓ ਭਾਉ ਅਧਿਕਾਏ, ਤੇ ਮਨ ਦੇ ਵਿੱਚ ਚਾਅ ਚੜ ਗਿਆ ਹੈ ਕਿ ਛੇਵੇਂ ਪਾਤਸ਼ਾਹ ਸਤਿਗੁਰਾਂ ਦਾ ਪਿਆਰਾ ਸਿੱਖ ਸਾਡੇ ਘਰ ਦੇ ਵਿੱਚ ਆਇਆ ਹੈ। ਅਰਸ ਪਰ ਬੰਧਨ ਦੋਹੂ। ਤੇ ਕਹਿਣ ਲੱਗੇ ਕਿ ਬੜੇ ਪਿਆਰ ਦੇ ਨਾਲ ਬਾਬਾ ਵਿਧੀ ਚੰਦ ਜੀ ਦੇ ਚਰਨਾਂ ਦੇ ਵਿੱਚ ਇਹਨਾਂ ਨੇ ਨਮਸਕਾਰ ਕੀਤੀ ਹੈ। ਤੇ ਉਹ ਜਿਹੜਾ ਖੱਤਰੀ ਗੁਰੂ ਕਾ ਸਿੱਖ ਹੈ ਬਹੁਤ ਪ੍ਰਸੰਨ ਹੋਇਆ ਹੈ, ਖੁਸ਼ ਹੋਇਆ ਹੈ। ਹਿਰਦੇ ਆਨੰਦਤ ਖੱਤਰੀ ਸੋ, ਉਹਦੀ ਖੁਸ਼ੀ ਦਾ ਕੋਈ ਟਿਕਾਣਾ ਨਹੀਂ ਹੈ ਕਿ ਸਤਿਗੁਰਾਂ ਦਾ ਸਿੱਖ ਮੇਰੇ ਘਰ ਦੇ ਵਿੱਚ ਆਇਆ ਹੈ। ਤੇ ਕਹਿਣ ਲੱਗੇ ਇਹ ਸਤਿਗੁਰਾਂ ਦਾ ਬਹੁਤ ਤਗੜਾ ਸ਼ਰਧਾਲੂ ਹੈ, ਸਤਿਗੁਰਾਂ ਦੇ ਚਰਨਾਂ ਤੇ ਬਹੁਤ ਵੱਡਾ ਭਰੋਸਾ ਨਿਸ਼ਚਾ ਰੱਖਣ ਵਾਲਾ ਵੱਡਾ ਭਾਰੀ ਗੁਰੂ ਕਾ ਸਿੱਖ ਭਾਵਨਾ ਦੇ ਨਾਲ ਇੱਥੇ ਵਸਦਾ ਹੈ। ਤੇ ਬਾਬਾ ਵਿਧੀ ਚੰਦ ਜੀ ਨੂੰ ਕਹਿਣ ਲੱਗਿਆ, ਮੈਂ ਹੇ ਗੁਰੂ ਕੇ ਸਿੱਖਾ, ਤੂੰ ਬਹੁਤ ਵੱਡਾ ਛੇਵੇਂ ਪਾਤਸ਼ਾਹ ਜੀ ਦੇ ਚਰਨਾਂ ਦਾ ਮਹਾਨ ਸਿੱਖ ਹੈ। ਤੇ ਕਹਿਣ ਲੱਗੇ ਸਾਡੇ ਘਰ ਦੇ ਵਿੱਚ ਆਇਆ ਹੈ, ਸਾਡਾ ਘਰ ਪਵਿੱਤਰ ਹੋ ਗਿਆ, ਸਾਡੇ ਚੰਗੇ ਭਾਗ ਹਨ, ਤੇਰੇ ਚਰਨ ਸਾਡੇ ਘਰ ਦੇ ਵਿੱਚ ਪਏ ਹਨ। ਤੇ ਬੜੇ ਪਿਆਰ ਦੇ ਨਾਲ ਸੋਹਣਾ ਜਿਹੜਾ ਪਲੰਘਾ ਹੈ ਬਾਬਾ ਵਿਧੀ ਚੰਦ ਜੀ ਵਾਸਤੇ ਉੱਤੇ ਸੋਹਣਾ ਚੰਗਾ ਨਵਾਂ ਜਿਹੜਾ ਬਿਸਤਰਾ ਵਿਛਾ ਕੇ ਇਹਨਾਂ ਨੇ ਬਾਬਾ ਵਿਧੀ ਚੰਦ ਜੀ ਨੂੰ ਬਿਠਾਇਆ ਹੈ। ਤੇ ਬਹੁਤ ਵੱਡਾ ਆਦਰ ਸਤਿਕਾਰ ਮਾਣ ਸਤਿਗੁਰਾਂ ਦਾ ਰੂਪ ਜਾਣਦੇ ਹੋਏ ਗੁਰੂ ਕੇ ਸਿੱਖ ਦਾ ਇਸ ਪਰਿਵਾਰ ਨੇ ਕੀਤਾ ਹੈ। ਤੇ ਦੋਵਾਂ ਮੀਆਂ ਬੀਬੀ ਨੇ ਰਲ ਕੇ ਬੜੇ ਪਿਆਰ ਦੇ ਨਾਲ ਦੋਵੇਂ ਜੀ ਬੜੇ ਖੁਸ਼ ਹੋਏ ਹਨ, ਪਤੀ ਤੇ ਪਤਨੀ। ਤੇ ਕਹਿਣ ਲੱਗੇ ਕਿ ਬੜੇ ਪਿਆਰ ਦੇ ਨਾਲ ਉਸ ਸਿੱਖ ਨੇ ਬਾਬਾ ਵਿਧੀ ਚੰਦ ਜੀ ਦੇ ਚਰਨ ਪਿਆਰ ਦੇ ਨਾਲ ਸੇਵਾ ਲਈ ਹੈ, ਤਰ ਚਰਨ ਧੋਤੇ ਹਨ। ਤੇ ਕਹਿਣ ਲੱਗੇ ਕਿ ਇੰਨਾ ਸਤਿਕਾਰ ਬਾਬਾ ਵਿਧੀ ਚੰਦ ਜੀ ਦਾ ਉਸ ਸਿੱਖ ਨੇ ਕੀਤਾ ਕਿ ਮੇਰੇ ਚੰਗੇ ਭਾਗ ਹਨ। ਇਹ ਬਹੁਤ ਵੱਡੀ ਗੱਲ ਹੈ, ਤੂੰ ਗੁਰੂ ਕੇ ਚਰਨਾਂ ਦਾ ਬਹੁਤ ਤਗੜਾ ਸੇਵਕ ਹੈ ਤੇ ਅਚਾਨਕ ਸਾਡੇ ਘਰ ਦੇ ਵਿੱਚ ਆਇਆ ਹੈ, ਸਾਡੇ ਵਾਸਤੇ ਕਿੱਡੀ ਤਗੜੀ ਗੱਲ ਹੈ। ਤੇ ਇੱਥੋਂ ਤੱਕ ਕਵੀ ਜੀ ਨੇ ਲਿਖਿਆ, ਇਤਿਹਾਸ ਦੇ ਵਿੱਚ ਜ਼ਿਕਰ ਆ ਰਿਹਾ ਹੈ ਕਿ ਚਰਨ ਧੋ ਕਰਕੇ ਤੇ ਜਿਹੜਾ ਜਲ ਹੈ ਉਹਨੂੰ ਆਪਣੇ ਉੱਤੇ ਪਾਉਂਦਾ ਹੈ। ਇੰਨਾ ਵੱਡਾ ਸਤਿਕਾਰ ਖੁਸ਼ੀ ਮਨ ਦੇ ਵਿੱਚ ਹੈ, ਖੁਸ਼ੀ ਦਾ ਪ੍ਰਗਟਾ ਕਰਦਾ ਹੈ। ਤੇ ਫਿਰ ਉਹ ਜਿਹੜਾ ਜਲ ਸੀਗਾ ਉਹਨੂੰ ਘਰ ਦੇ ਵਿੱਚ ਵੀ ਛਿੜਕਾਉਂਦਾ ਹੈ। ਹੇ ਗੁਰੂ ਕੇ ਸਿੱਖਾ, ਮੈਂ ਤੈਨੂੰ ਗੁਰੂ ਦਾ ਹੀ ਰੂਪ ਜਾਣਦਾ ਹਾਂ। ਮੈਨੂੰ ਇੰਝ ਲੱਗਦਾ ਕਿ ਛੇਵੇਂ ਪਾਤਸ਼ਾਹ ਜੀ ਮੇਰੇ ਘਰ ਦੇ ਵਿੱਚ ਆ ਗਏ ਹਨ, ਪੰਚਮ ਪਾਤਸ਼ਾਹ ਜੀ ਸਾਡੇ ਘਰ ਦੇ ਵਿੱਚ ਆਏ ਹਨ। ਇਸ ਕਰਕੇ ਇੰਨਾ ਵੱਡਾ ਸਤਿਕਾਰ ਗੁਰੂ ਕੇ ਸਿੱਖ ਦਾ ਬਾਬਾ ਵਿਧੀ ਚੰਦ ਜੀ ਦਾ ਬਹੋੜੂ ਨਾਮੀ ਜਿਹੜਾ ਸੇਵਕ ਸਿੱਖ ਹੈ ਉਹਨੇ ਬਹੁਤ ਤਗੜਾ ਸਤਿਕਾਰ ਕੀਤਾ ਹੈ। ਤੇ ਆਪਣੇ ਕਰਮਾਂ ਨੂੰ, ਆਪਣੇ ਭਾਗਾਂ ਨੂੰ ਬਹੁਤ ਚੰਗਾ ਜਾਣਿਆ ਹੈ ਕਿ ਮੇਰੇ ਚੰਗੇ ਭਾਗ ਹਨ ਕਿ ਮੈਂ ਗੁਰੂ ਕੇ ਸਿੱਖ ਦੀ ਸੇਵਾ ਕਰ ਰਿਹਾ ਹਾਂ, ਜਾਂ ਗੁਰੂ ਕੇ ਸਿੱਖ ਦੇ ਚਰਨ ਮੇਰੇ ਘਰ ਦੇ ਵਿੱਚ ਪਏ ਹਨ। ਇਸ ਤੋਂ ਵੱਡੇ ਭਾਗ ਕੀ ਚੰਗੇ ਹੋ ਸਕਦੇ ਹਨ। ਤੇ ਕਾਲੀ ਦੇ ਨਾਲ ਬਹੁਤ ਸੋਹਣੇ ਜਿਹੜੇ ਚੰਗੇ ਪਕਵਾਨ ਭੋਜਨ ਉਹਨਾਂ ਨੇ ਝਾਟੇ ਤਿਆਰ ਕੀਤੇ ਹਨ। ਤੇ ਕਹਿਣ ਲੱਗੇ ਕਿ ਹੁਣ ਬੜੇ ਪਿਆਰ ਦੇ ਨਾਲ ਬਾਬਾ ਵਿਧੀ ਚੰਦ ਜੀ ਨੂੰ ਸਨਮਾਨਿਤ ਧਰ ਭਾਉ ਅਚਵਾਏ। ਬੜੇ ਪਿਆਰ ਦੇ ਨਾਲ ਜਿਹੜੇ ਭੋਜਨ ਤਿਆਰ ਕੀਤੇ ਅੱਗੇ ਰੱਖੇ, ਦੋਨਾਂ ਨੇ ਪਿਆਰ ਸਤਿਕਾਰ ਦੇ ਨਾਲ ਬਾਬਾ ਵਿਧੀ ਚੰਦ ਜੀ ਨੂੰ ਛਕਾਏ। ਤ੍ਰਿਪਤ ਹੋਏ ਕਰ ਪਾਨ ਪਖਾਰੇ। ਤੇ ਬਾਬਾ ਵਿਧੀ ਚੰਦ ਜੀ ਫਿਰ ਬੜੇ ਖੁਸ਼ ਹੋਏ, ਪ੍ਰਸੰਨ ਹੋਏ। ਉਹਨਾਂ ਨੇ ਸੇਵਾ ਸੋਹਣੀ ਕੀਤੀ ਹੈ। ਬਾਹੁਰ ਬਹੋੜਾ ਬਿਨੈ ਉਚਾਰੇ। ਬਾਅਦ ਵਿੱਚ ਬਾਬਾ ਵਿਧੀ ਚੰਦ ਜੀ ਨੇ ਆਪਣੀ ਰਸਨਾ ਤੋਂ ਇਸ ਤਰ੍ਹਾਂ ਕਿਹਾ ਹੈ। ਤੇ ਕਹਿਣ ਲੱਗੇ ਕਿ ਭਾਈ ਮਮ ਲਾਇਕ ਜੋ ਸੇਵਾ
ਹੋਏ। ਹੁਣ ਬਾਹੁਰ ਬਹੋੜਾ ਬਿਨੈ ਉਚਾਰੇ। ਬਾਬਾ ਵਿਧੀ ਚੰਦ ਜੀ ਦੀ ਬਹੁਤ ਤਗੜੀ ਸੇਵਾ ਭਾਈ ਬਹੋੜਾ ਜੀ ਨੇ ਕੀਤੀ ਹੈ। ਅਤੇ ਬਾਬਾ ਵਿਧੀ ਚੰਦ ਜੀ ਫਿਰ ਉਹਦੀ ਸੇਵਾ ਤੋਂ ਖੁਸ਼ ਹੋ ਕੇ ਮਮ ਲਾਇਕ ਜੋ ਸੇਵਾ ਹੋਏ ਅਤੇ ਕਹਿਣ ਲੱਗੇ ਕਿ ਹੇ ਗੁਰੂ ਕੀ ਸਿੱਖਾ, ਤੂੰ ਬਹੁਤ ਵੱਡੀ ਗੁਰੂ ਜਾਣ ਕੇ ਤੇ ਪ੍ਰੇਮ ਦੇ ਨਾਲ ਤੂੰ ਵੱਡੀ ਸੇਵਾ ਸਾਡੀ ਕੀਤੀ ਹੈ। ਸਭ ਕਰੋ ਸੋਏ। ਤੇ ਫਿਰ ਇਹ ਗੁਰੂ ਕਾ ਸਿੱਖ ਵਾਰ-ਵਾਰ ਕਹਿ ਰਿਹਾ ਹੈ, ਹੇ ਬਾਬਾ ਵਿਧੀ ਚੰਦ ਜੀ, ਤੁਸੀਂ ਅਚਾਨਕ ਮੇਰੇ ਘਰ ਦੇ ਵਿੱਚ ਆਏ ਹੋ ਤੇ ਆਪਣੀ ਰਸਨਾ ਤੋਂ ਬਚਨ ਕਰੋ, ਕੀ ਕਾਰਜ ਹੈ ਤੇ ਕਿਵੇਂ ਤੁਸੀਂ ਚੱਲ ਕੇ ਆਏ ਹੋ। ਫਰਮਾਵੋ ਸਭ ਕਰਿਓ ਸੋਏ, ਜੋ ਤੁਹਾਡੀ ਆਗਿਆ ਹੋਏਗੀ, ਹੁਕਮ ਹੋਏਗਾ, ਮੈਂ ਉਸੇ ਤਰ੍ਹਾਂ ਕਰਾਂਗਾ। ਤੇ ਮੈਂ ਛੇਵੇਂ ਪਾਤਸ਼ਾਹ ਜੀ ਦੇ ਵਿੱਚ ਤੇ ਹੇ ਗੁਰੂ ਕੇ ਸਿੱਖਾ, ਤੁਹਾਡੇ ਵਿੱਚ ਮਾਸਾ ਵੀ ਭੋਰਾ ਵੀ ਅੰਤਰ ਨਹੀਂ ਸਮਝਦਾ। ਬਾਬਾ ਵਿਧੀ ਚੰਦ ਜੀ ਨੇ ਆਖਿਆ, ਮੈਨੂੰ ਪਾਤਸ਼ਾਹ ਜੀ ਨੇ ਭੇਜਿਆ ਹੈ। ਤੇ ਕਹਿਣ ਲੱਗੇ, ਮੇਰੇ ਵਾਸਤੇ ਗੁਰੂ ਵਿੱਚ ਤੇ ਤੁਹਾਡੇ ਵਿੱਚ ਕੋਈ ਫਰਕ ਨਹੀਂ ਹੈ। ਗੁਰ ਸਮ ਤੁਮਰੀ ਟਹਿਲ ਪਛਾਨੋ, ਮੈਂ ਗੁਰੂ ਦਾ ਸਰੂਪ ਜਾਣ ਕੇ ਤੁਹਾਡੀ ਸੇਵਾ ਕਰਦਾ ਹਾਂ, ਤੁਹਾਡਾ ਹੁਕਮ ਮੰਨਾਂਗਾ। ਤੇ ਕਹਿਣ ਲੱਗੇ ਕਿ ਇਹਦੇ ਵਿੱਚ ਆਪਣੀ ਮੈਂ ਬਹੁਤ ਵੱਡੇ ਚੰਗੇ ਭਾਗ ਤੇ ਉੱਤਮ ਸੇਵਾ ਇਹ ਆਪਣੇ ਚੰਗੇ ਭਾਗਾਂ ਦੇ ਕਰਕੇ ਇਹ ਸਮਾਂ ਪ੍ਰਾਪਤ ਹੋਇਆ ਹੈ ਤੇ ਚੰਗਾ ਸੁਭਾਗ ਸਮਝਾਂਗਾ। ਤੇ ਹੇ ਬਾਬਾ ਵਿਧੀ ਚੰਦ ਜੀ, ਭੋਰਾ ਵੀ ਸੰਗੋ ਨਾ, ਸੰਕੋਚ ਨਾ ਕਰਿਓ, ਕੋਈ ਪਰਦਾ ਨਾ ਰੱਖਿਓ। ਜਿਸ ਕਿਸੇ ਚੀਜ਼ ਦੀ ਲੋੜ ਹੈ ਤੁਸੀਂ ਮੈਨੂੰ ਹੁਕਮ ਕਰੋ ਜੀ। ਤੇ ਕਹਿਣ ਲੱਗੇ, ਤੂੰ ਬਹੁਤ ਵੱਡਾ ਗੁਰੂ ਕਾ ਸਿੱਖ ਹੈ। ਮੈਂ ਕਈ ਵਾਰ ਤੁਹਾਡੀ ਮਹਿਮਾ ਸੁਣੀ ਹੈ। ਛੇਵੇਂ ਪਾਤਸ਼ਾਹ ਜੀ ਦੇ ਨਾਲ ਤੁਸੀਂ ਮੁਖੀ ਸਿੱਖਾਂ ਦੇ ਵਿੱਚੋਂ ਸਿੱਖ ਹੋ ਤੇ ਤੂੰ ਪੂਰਨ ਸਿੱਖ, ਗੁਰੂ ਸਨੇਹੀ, ਵੱਡਾ ਸਿੱਖ, ਸਤਿਗੁਰਾਂ ਦੇ ਚਰਨਾਂ ਦੇ ਵਿੱਚ ਰਹਿਣ ਵਾਲਾ ਹੈ। ਤੇ ਬਾਬਾ ਵਿਧੀ ਚੰਦ ਜੀ ਨੇ ਇਸ ਸੇਵਕ ਦਾ ਬਹੁਤ ਵੱਡਾ ਪ੍ਰੇਮ ਪਿਆਰ ਸਤਿਗੁਰਾਂ ਦੇ ਚਰਨਾਂ ਦੇ ਨਾਲ ਬਣਿਆ ਆਖਿਆ ਹੈ। ਤੇ ਫਿਰ ਬਾਬਾ ਵਿਧੀ ਚੰਦ ਜੀ ਇਸ ਤਰ੍ਹਾਂ ਬੋਲੇ ਹਨ। ਤੇ ਬਾਬਾ ਵਿਧੀ ਚੰਦ ਜੀ ਨੇ ਫਿਰ ਬਚਨ ਕੀਤਾ, ਕਹਿਣ ਲੱਗੇ, ਹੇ ਸਿੱਖਾ, ਇਹ ਸੇਵਾ ਹੈ ਕਿ ਮੈਨੂੰ ਇੱਕ ਪੁਸ਼ਾਕ ਚਾਹੀਦੀ ਹੈ, ਹਿੰਦੁਸਤਾਨੀ ਪੁਸ਼ਾਕ। ਹੁਣ ਇੱਥੇ ਵਿਦਵਾਨਾਂ ਨੇ ਜ਼ਿਕਰ ਕੀਤਾ ਹੈ ਕਿ ਉਸ ਵੇਲੇ ਪੂਰਬ ਵਾਲੇ ਪਾਸੇ ਰਮਲੀਏ ਕੁਝ ਜਿਹੜੇ ਲੋਕ ਸਨ, ਉਹ ਇਸ ਤਰ੍ਹਾਂ ਦੀ ਪੁਸ਼ਾਕ ਪਹਿਨਦੇ ਸਨ। ਉਹਨਾਂ ਦੇ ਜਾਂ ਇਸ ਤਰ੍ਹਾਂ ਦੇ ਜਿਹੜੇ ਗੁਣ ਹੁੰਦੇ ਸਨ। ਅਤੇ ਭਾਰਤ ਦਾ ਇੱਕ ਕੋਨਾ ਹੈ ਜਿੱਥੇ ਇੱਕ ਵੱਖਰੇ ਢੰਗ ਦੀ ਇੱਕ ਜਿਨ੍ਹਾਂ ਦੇ ਕੋਲ ਜੋਤਿਸ਼ ਦਾ ਗਿਆਨ ਹੈ, ਜਿਹੜੇ ਇਸ ਤਰ੍ਹਾਂ ਪੁੱਛਣਾ ਪਾਉਂਦੇ ਹਨ, ਲੋਕਾਂ ਨੂੰ ਭਵਿੱਖ ਦੱਸਦੇ ਹਨ, ਕਈ ਤਰ੍ਹਾਂ ਦੀਆਂ ਗਿਣਤੀਆਂ ਮਿਣਤੀਆਂ ਕਰਕੇ, ਹਿਸਾਬ ਕਿਤਾਬ ਲਾ ਕੇ, ਪੱਤਰੀਆਂ ਖੋਲ੍ਹ ਕੇ, ਇਸ ਤਰ੍ਹਾਂ ਦਾ ਜਿਹੜਾ ਕੰਮ ਕਰਨ ਵਾਲੇ ਹਨ, ਉਹਨਾਂ ਦੀ ਪੁਸ਼ਾਕ ਇੱਕ ਵੱਖਰੇ ਢੰਗ ਦੀ ਹੁੰਦੀ ਸੀਗੀ। ਅਤੇ ਬਾਬਾ ਵਿਧੀ ਚੰਦ ਜੀ ਨੇ ਫਿਰ ਇਸ ਸਿੱਖ ਨੂੰ ਸਮਝਾਇਆ ਹੈ ਕਿ ਮੈਂ ਉਸ ਵੇਲੇ ਜਿਹੜਾ ਪੂਰਬਲੀ ਰਮਲੀਆ ਹੈ ਜਾਂ ਉੱਧਰ ਦੇ ਜਿਹੜੇ ਲੋਕ ਸਨ, ਜਿਨ੍ਹਾਂ ਦੇ ਕੋਲ ਬਹੁਤ ਵੱਡਾ ਜੋਤਿਸ਼ ਵਿਦਿਆ ਦਾ ਭੰਡਾਰਾ ਹੁੰਦਾ ਹੈ ਅਤੇ ਲੋਕਾਂ ਨੂੰ ਕਈ ਤਰ੍ਹਾਂ ਦੀਆਂ ਉਹ ਗੱਲਾਂ ਦੱਸਦੇ ਹਨ ਅਤੇ ਉਹਨਾਂ ਦਾ ਭੇਖ ਵੀ ਵੱਖਰਾ ਹੁੰਦਾ ਹੈ, ਵੱਖਰਾ ਜਿਹਾ ਭੇਖ। ਉਸ ਤਰ੍ਹਾਂ ਦੀ ਮੈਨੂੰ ਜਿਹੜੀ ਪੁਸ਼ਾਕ ਹੈ ਉਹ ਚਾਹੀਦੀ ਹੈ। ਬਾਬਾ ਵਿਧੀ ਚੰਦ ਜੀ ਨੇ ਫਿਰ ਉਹ ਜਿਹੜਾ ਸਿੱਖ ਹੈ ਉਹਨੂੰ ਚੰਗੀ ਤਰ੍ਹਾਂ ਸਮਝਾਇਆ ਹੈ ਕਿ ਸੋਹਣੀ ਜਿਹੜੀ ਪੁਸ਼ਾਕ ਹੈ ਉਹ ਮੈਨੂੰ ਤਿਆਰ ਕਰਕੇ ਬਾਬਾ ਵਿਧੀ ਚੰਦ ਜੀ ਨੇ ਆਖਿਆ ਕਿ ਭਾਈ ਇਹ ਦਵੋ, ਇਹ ਮੇਰੇ ਮਨ ਦੀ ਅਭਿਲਾਸ਼ਾ ਹੈ। ਤੇ ਕਹਿਣ ਲੱਗੇ ਕਿ ਹੁਣ ਬਾਬਾ ਵਿਧੀ ਚੰਦ ਜੀ ਨੇ ਬਚਨ ਕੀਤਾ ਕਿ ਸੋ ਬਣਵਾਏ ਦੇਹੋ ਅਬ ਮੋਹੀ। ਹੇ ਸਿੱਖਾ, ਇਹ ਤੁਹਾਡੇ ਵਾਸਤੇ ਇਹੀ ਸੰਦੇਸ਼ ਹੈ, ਇਹ ਬੇਨਤੀ ਹੈ ਮੇਰੀ, ਉਸ ਤਰ੍ਹਾਂ ਦੀ ਹੂਬਹੂ ਜਿਸ ਤਰ੍ਹਾਂ ਦੀਆਂ ਮੈਂ ਤੁਹਾਨੂੰ ਕੁਛ ਨਿਸ਼ਾਨੀਆਂ ਦੱਸਦਾ ਹਾਂ ਕਿ ਤੋਂ ਮੈਨੂੰ ਕਾਹਲੀ ਦੇ ਨਾਲ, ਛੇਤੀ ਦੇ ਨਾਲ ਜਿੰਨਾ ਵੀ ਧਨ ਦੇਣਾ ਪਵੇ ਉਹ ਧਨ ਦੇ ਕਰਕੇ ਅਤੇ ਮੈਨੂੰ ਇਹ ਪੁਸ਼ਾਕ ਬਣਾ ਕੇ ਸਵਾ ਕੇ ਅਤੇ ਕਿਸੇ ਦੇ ਕੋਲ ਇਹ ਜਿਹੜਾ ਭੇਦ ਹੈ ਉਹ ਪ੍ਰਗਟ ਨਹੀਂ ਕਰਨਾ, ਦੱਸਣਾ ਨਹੀਂ ਹੈ। ਅਤੇ ਜਿਹੜਾ ਬਣਾਉਣ ਵਾਲਾ ਹੈ ਉਹਨੂੰ ਭਾਵੇਂ ਪੈਸਾ ਵੱਧ ਦੇਣਾ ਪਵੇ, ਪਰ ਇਹ ਗੱਲ ਕਿਸੇ ਬਾਹਰ ਪ੍ਰਗਟ ਨਹੀਂ ਹੋਣੀ ਚਾਹੀਦੀ, ਜ਼ਾਹਰ ਨਹੀਂ ਹੋਣੀ ਚਾਹੀਦੀ ਕਿਸੇ ਦੇ ਕੋਲ। ਇੱਕ ਇਸ ਤਰ੍ਹਾਂ ਦੀ ਸੋਹਣੀ ਜਿਹੜੀ ਪੁਸ਼ਾਕ ਹੈ
ਉਹ ਮੈਨੂੰ ਤਿਆਰ ਕੀਤੀ ਜਾਵੇ। ਬਾਬਾ ਬਿਧੀ ਚੰਦ ਜੀ ਨੇ ਇੱਕ ਪਜਾਮਾ ਔਰ ਇੱਕ ਲੰਮਾ ਪੈਰਾਂ ਤੱਕ ਇੱਕ ਚੋਲਾ ਗੋਲ ਥੱਲਿਓਂ ਬਣਿਆ ਹੋਇਆ, ਇੱਕ ਉਹਦੇ ਉੱਪਰ ਪਾਉਣ ਵਾਲੀ ਛੋਟੀ ਪੋਸ਼ਾਕ, ਅਤੇ ਇੱਕ ਸਭ ਤੋਂ ਉੱਤੇ ਚਮਕੀਲੀ ਚਮਕਦਾਰ ਇੱਕ ਛੋਟੀ ਜਿਹੀ ਜੈਕਟ ਦੀ ਤਰ੍ਹਾਂ, ਜਿਸ ਤਰ੍ਹਾਂ ਆਪਾਂ ਅੱਜ ਕੱਲ੍ਹ ਦੇਖਦੇ ਹਾਂ ਛੋਟੀਆਂ ਜਿਹੀਆਂ ਅੱਧੀਆਂ ਬਾਹਾਂ ਵਾਲੀ ਆਪਾਂ ਜੈਕਟ ਪਾ ਲੈਂਦੇ ਹਾਂ ਉੱਪਰੋਂ ਦੀ। ਪੁਰਾਣੇ ਸਮੇਂ ਦੇ ਵਿੱਚ ਜਿਹੜੀਆਂ ਉਸ ਵੇਲੇ ਜੋਤਿਸ਼ ਲੋਕ ਇਸ ਤਰ੍ਹਾਂ ਦੀ ਵਿੱਦਿਆ ਰੱਖਣ ਵਾਲੇ ਜਿਹੜੀਆਂ ਪੋਸ਼ਾਕਾਂ ਪਾਉਂਦੇ ਸਨ, ਉਸ ਤਰ੍ਹਾਂ ਦਾ ਹਿਸਾਬ ਕਿਤਾਬ ਲਾ ਕਰਕੇ ਬਾਬਾ ਬਿਧੀ ਚੰਦ ਜੀ ਨੇ, ਜਿਸ ਤਰ੍ਹਾਂ ਦੇਖਣ ਨੂੰ ਲੱਗੇ ਕਿ ਬੰਦਾ ਖੋਜੀ ਹੈ, ਇਹ ਜੋਤਸ਼ੀ ਹੈ, ਦੇਖਣ ਨੂੰ ਉਹਦਾ ਸਰੂਪ ਉਸੇ ਤਰ੍ਹਾਂ ਦਾ ਭੇਸ ਲੱਗੇ, ਬਾਬਾ ਬਿਧੀ ਚੰਦ ਜੀ ਨੇ ਸਾਰਾ ਕੁਛ ਉਸ ਸੇਵਕ ਨੂੰ ਸਮਝਾਇਆ ਹੈ। ਇਹੀ ਸੇਵਾ ਸਭ ਲਾਇਕ ਤੋਈ, ਤੇ ਇਹੀ ਵੱਡੀ ਸੇਵਾ ਹੈ ਗੁਰੂ ਕੇ ਸਿੱਖਾ ਤੁਹਾਡੇ ਵਾਸਤੇ ਹੈ। ਬੰਦ ਕਰ ਭੰਨੇ ਬਹੋਰਾ, ਤੇ ਕਹਿਣ ਲੱਗੇ ਕਿ ਹੁਣ ਸੁਨਤ ਬੰਦ ਕਰ ਭੰਨੇ ਬਹੋਰਾ। ਤੇ ਇਹ ਸੁਣ ਕੇ ਬਾਬਾ ਬਿਧੀ ਚੰਦ ਜੀ ਦੇ ਬਚਨ ਤੇ ਗੁਰੂ ਕਾ ਸਿੱਖ ਬੋਲਿਆ ਹੈ। ਤੇ ਹੇ ਗੁਰੂ ਕੇ ਸਿੱਖਾ, ਮੈਂ ਥੋੜ੍ਹੇ ਕੁ ਸਮੇਂ ਦੇ ਵਿੱਚ ਇਹ ਜਿਹੜੀ ਪੋਸ਼ਾਕ ਹੈ, ਜਿਸ ਤਰ੍ਹਾਂ ਦੀਆਂ ਤੁਸੀਂ ਨਿਸ਼ਾਨੀਆਂ ਦੱਸੀਆਂ ਹਨ ਕਿ ਇੱਕ ਜਿਹੜਾ ਚੋਲਾ ਹੈ ਪੈਰਾਂ ਤੱਕ ਲੰਮਾ ਹੋਣਾ ਚਾਹੀਦਾ ਹੈ, ਇੱਕ ਉਹਦੇ ਉੱਤੇ ਪਾਉਣ ਵਾਲਾ ਥੋੜ੍ਹਾ ਜਿਹਾ ਛੋਟਾ ਹੋਣਾ ਚਾਹੀਦਾ ਹੈ, ਇੱਕ ਸਭ ਤੋਂ ਉੱਤੇ ਪਾਉਣ ਵਾਲਾ ਛੋਟਾ ਜਿਹਾ ਹੋਰ ਹੋਣਾ ਚਾਹੀਦਾ ਹੈ, ਤੇ ਜੋ ਜੋ ਦੱਸਿਆ, ਇੱਕ ਵੱਡੀ ਜਿਹੜੀ ਪਗੜੀ ਹੈ ਸਿਰ ਉੱਪਰ ਤਗੜੀ ਜਿਹੜੀ ਸਜਾਉਣ ਵਾਲੀ ਤਿੱਖੇ ਜੇ ਰੂਪ ਦੇ ਵਿੱਚ, ਜਿਸ ਤਰ੍ਹਾਂ ਦੀ ਤੁਸੀਂ ਕਹੀ ਹੈ ਉਸ ਤਰ੍ਹਾਂ ਦੀ ਦਸਤਾਰ ਵੀ ਤਿਆਰ ਕਰਵਾ ਦੇਵਾਂਗਾ। ਤੇ ਇੱਕ ਤੇਜ਼ ਨੋਕਦਾਰ ਜੁੱਤੀ ਜਿਹੜੀ ਹੈ ਅੱਡੀ ਤੋਂ ਬਿਨਾਂ ਸਿੱਧੀ ਜਿਹੜੀ ਹੈ, ਉਹ ਜੋ ਜੋ ਨਿਸ਼ਾਨੀਆਂ ਬਾਬਾ ਬਿਧੀ ਚੰਦ ਜੀ ਨੇ ਦੱਸਿਆ, ਜਿਸ ਤਰ੍ਹਾਂ ਸਮਝਾਇਆ ਹੈ, ਉਹ ਸਾਰਾ ਪ੍ਰਬੰਧ ਮੈਂ ਕਰ ਦੇਵਾਂਗਾ। ਗੁਰੂ ਕੇ ਸਿੱਖ ਨੇ ਇਸ ਤਰ੍ਹਾਂ ਬਾਬਾ ਬਿਧੀ ਚੰਦ ਜੀ ਨੂੰ ਇਹ ਬਚਨ ਕੀਤਾ ਹੈ ਕਿ ਮੈਂ ਸਾਰਾ ਕੁਛ ਝੱਟ ਹੀ ਤਿਆਰ ਕਰਵਾ ਦੇਵਾਂਗਾ। ਤੇ ਇਸ ਤਰ੍ਹਾਂ ਸਲਾਹ ਮਸ਼ਵਰਾ ਆਪਸ ਦੇ ਵਿੱਚ ਕਰਕੇ ਬਾਬਾ ਬਿਧੀ ਚੰਦ ਜੀ ਨੇ ਉੱਥੇ ਆਰਾਮ ਕੀਤਾ ਹੈ। ਤੇ ਫਿਰ ਦਿਨੇ ਬਾਬਾ ਬਿਧੀ ਚੰਦ ਜੀ ਕਹਿਣ ਲੱਗੇ, ਜਾਗੇ ਤਬ ਪ੍ਰਭਾਤ ਹੋਏ ਆਈ। ਦਿਨ ਚੜ੍ਹਿਆ ਹੈ, ਅੰਮ੍ਰਿਤ ਵੇਲੇ ਬਾਬਾ ਬਿਧੀ ਚੰਦ ਜੀ ਰੋਜ਼ਾਨਾ ਦੀ ਤਰ੍ਹਾਂ ਜਾਗੇ ਹਨ। ਤੇ ਕਹਿਣ ਲੱਗੇ ਉਸੇ ਵੇਲੇ ਫਿਰ ਸਾਥ ਬਹੋੜੇ ਉੱਠ ਕਰ ਭਾਖਾ। ਤੇ ਬਾਬਾ ਬਿਧੀ ਚੰਦ ਜੀ ਨੇ ਭਾਈ ਬਹੋੜੇ ਨੂੰ ਉੱਠ ਕੇ ਇਹ ਗੱਲ ਕਹੀ ਹੈ। ਤੇ ਇਸ ਤਰ੍ਹਾਂ ਦੀ ਜਿਹੜੀ ਪੁਸ਼ਾਕ ਹੈ, ਜਿਸ ਤਰ੍ਹਾਂ ਹੇ ਗੁਰੂ ਕੇ ਸਿੱਖਾ ਤੈਨੂੰ ਸਾਰਾ ਕੁਛ ਮੈਂ ਸਮਝਾਇਆ ਹੈ, ਅੱਜ ਦੇ ਦਿਨ ਦੇ ਵਿੱਚ ਇਹ ਜਿਹੜੀ ਪੁਸ਼ਾਕ ਹੈ ਚੰਗੀ ਤਰ੍ਹਾਂ, ਭਾਵੇਂ ਕਿਸੇ ਕੋਲੋਂ ਕਿਸ ਤਰ੍ਹਾਂ ਦਾ ਵੀ ਪ੍ਰਬੰਧ ਕਰਨਾ ਪਵੇ, ਉਹਨੂੰ ਵੱਧ ਪੈਸੇ ਦੇਣੇ ਪੈਣ, ਕੁਛ ਵੀ ਹੋਵੇ, ਮੈਨੂੰ ਕਾਲੀ ਛੇਤੀ ਦੇ ਨਾਲ ਇਸ ਤਰ੍ਹਾਂ ਦੀ ਅੱਜ ਜਿਹੜੀ ਪੁਸ਼ਾਕ ਹੈ ਉਹ ਤਿਆਰ ਕਰਵਾ ਦੇਵੋ ਜੀ। ਤੇ ਕਹਿਣ ਲੱਗੇ ਉਸ ਵੇਲੇ ਬਾਬਾ ਬਹੋਰਾ ਜੀ ਜਿਹੜੇ ਉੱਥੇ ਰਹਿਣ ਵਾਲੇ ਹਨ, ਉਹਨਾਂ ਨੇ ਕਿਹਾ ਠੀਕ ਹੈ ਬਾਬਾ ਬਿਧੀ ਚੰਦ ਜੀ, ਮੈਂ ਇਸੇ ਤਰ੍ਹਾਂ ਕਰਾਂਗਾ, ਸੋਹਣੀ ਪੁਸ਼ਾਕ ਤਿਆਰ ਹੋ ਜਾਵੇਗੀ। ਤੇ ਕਹਿਣ ਲੱਗੇ ਬਹੁਤਾ ਸਮਾਂ ਨਹੀਂ ਲੱਗੇਗਾ, ਜਿਸ ਤਰ੍ਹਾਂ ਤੁਸੀਂ ਜਿਸ ਤਰ੍ਹਾਂ ਦੀਆਂ ਨਿਸ਼ਾਨੀਆਂ ਦੱਸੀਆਂ ਉਹ ਸਾਰਾ ਪ੍ਰਬੰਧ ਮੈਂ ਕਰ ਦੇਵਾਂਗਾ। ਤੇ ਬਾਬਾ ਬਿਧੀ ਚੰਦ ਜੀ ਨੇ ਫਿਰ ਸੁਬਾਹ ਉੱਠ ਕੇ ਇੱਕ ਤਗੜੇ ਚਾਦਰੇ ਦੇ ਨਾਲ ਆਪਣੇ ਉੱਪਰ ਸਰੀਰ ਦੇ ਉੱਪਰ ਬੁੱਕਲ ਮਾਰੀ ਹੈ। ਤੇ ਸਾਰੇ ਅੰਗ ਬਾਬਾ ਬਿਧੀ ਚੰਦ ਜੀ ਨੇ ਢੱਕ ਲਏ ਹਨ। ਤੇ ਉਸ ਸਿੱਖ ਦਾ ਘਰ ਛੱਡ ਕੇ, ਨਗਰ ਛੱਡ ਕੇ ਬਾਬਾ ਬਿਧੀ ਚੰਦ ਜੀ ਬਾਹਰ ਨੂੰ ਤੁਰੇ ਹਨ। ਤੇ ਰਾਵੀ ਦੇ ਕੰਢੇ ਕੰਢੇ ਬਹੁਤ ਦੂਰ ਤੱਕ ਬਾਬਾ ਬਿਧੀ ਚੰਦ ਜੀ ਚੱਲ ਕੇ ਗਏ ਹਨ। ਤੇ ਉੱਥੇ ਜਾ ਕਰ ਕੇ ਬਾਬਾ ਬਿਧੀ ਚੰਦ ਜੀ ਨੇ ਇਸ਼ਨਾਨ ਪਾਨ ਕੀਤਾ ਹੈ। ਤੇ ਫਿਰ ਬਾਅਦ ਵਿੱਚ ਬੜੇ ਪਿਆਰ ਦੇ ਨਾਲ ਗੁਰਬਾਣੀ ਦਾ ਜਾਪ ਕੀਤਾ ਹੈ। ਬਾਬਾ ਬਿਧੀ ਚੰਦ ਜੀ ਨੇ ਇਸ਼ਨਾਨ ਕਰਕੇ ਧਿਆਨ ਉਸ ਮਾਲਕ ਦੇ ਚਰਨਾਂ ਦੇ ਨਾਲ ਜੋੜਿਆ ਹੈ। ਆਪਣੀ ਰਸਨਾ ਤੋਂ ਜਪਜੀ ਸਾਹਿਬ ਜੀ, ਗੁਰੂ ਗਿਰਾ ਜਪ ਆਦਿ ਉਚਾਰੀ, ਬੜੇ ਪਿਆਰ ਦੇ ਨਾਲ ਕੁਛ ਅੰਮ੍ਰਿਤ ਬਾਣੀਆਂ ਪੜ੍ਹ ਰਹੇ ਹਨ। ਉੱਥੇ ਬੈਠ ਕੇ ਸਿਮਰਨ ਕਰਦੇ ਹਨ। ਤੇ ਘਰ ਤੋਂ ਬਾਹਰ, ਸ਼ਹਿਰ ਤੋਂ ਬਾਹਰ
ਬਾਬਾ ਵਿਧੀ ਚੰਦ ਜੀ ਨੇ ਇੱਕ ਇਕਾਂਤ ਜਗ੍ਹਾ 'ਤੇ ਜਾ ਕੇ ਰਾਵੀ ਦੇ ਕੰਢੇ ਉੱਥੇ ਹੀ ਲੰਮਾ ਸਮਾਂ ਬਤੀਤ ਕੀਤਾ। ਨਗਰ ਦੇ ਵਿੱਚ ਨਹੀਂ ਰਹੇ। ਪਤਾ ਹੈ ਕਿ ਜ਼ਿਆਦਾ ਚਿਰ ਨਗਰ ਦੇ ਵਿੱਚ ਰਵਾਂਗਾ, ਕਿਸੇ ਦੇ ਘਰ ਠਹਿਰਾਂਗਾ ਤੇ ਗੱਲ ਜਿਹੜੀ ਹੈ ਉਹ ਗਾਂਹ ਜਾ ਸਕਦੀ ਹੈ, ਕਿਸੇ ਨੂੰ ਪਤਾ ਵੀ ਲੱਗ ਸਕਦਾ ਹੈ। ਤੇ ਬਾਬਾ ਵਿਧੀ ਚੰਦ ਜੀ ਸੁਬਾਹ ਸੁਬਾਹ ਹੀ ਸਾਰਾ ਕੁਝ ਸਮਝਾ ਕੇ ਤੇ ਬਾਹਰ ਚਲੇ ਗਏ ਹਨ। ਮੰਚ ਸਦਨ ਬਹੋਰੇ ਪ੍ਰਵੇਸ਼ੋ ਆਏ। ਤੇ ਕਹਿਣ ਲੱਗੇ ਕਿ ਫਿਰ ਬਾਅਦ ਵਿੱਚ ਬਾਬਾ ਵਿਧੀ ਚੰਦ ਜੀ ਸਦਨ ਬਹੋਰੇ ਪ੍ਰਵੇਸ਼ੋ ਆਏ। ਲੰਮਾ ਸਮਾਂ ਬਾਹਰ ਦੁਪਹਿਰ ਕੱਟਣ ਤੋਂ ਬਾਅਦ ਬਾਬਾ ਵਿਧੀ ਚੰਦ ਜੀ ਵਾਪਸ ਘਰ ਦੇ ਵਿੱਚ ਆਏ। ਮੰਚ ਡਸਾਏ ਸਹਿਤ ਸਨਮਾਨਾ। ਤੇ ਸ਼ਾਮ ਦੇ ਵੇਲੇ ਜਦੋਂ ਫਿਰ ਘਰ ਪਰਤੇ ਹਨ, ਬਹੁਤ ਵੱਡਾ ਗੁਰੂ ਕੇ ਪਿਆਰਿਆਂ ਨੇ ਸਤਿਗੁਰਾਂ ਦਾ ਸੇਵਕ ਜਾਣ ਕੇ ਸਤਿਕਾਰ ਕੀਤਾ ਹੈ। ਤੇ ਕਹਿਣ ਲੱਗੇ ਕਿ ਹੁਣ ਉਸ ਵੇਲੇ ਹੁਤੀ ਬਹੋਰੇ ਕੀ ਤਬ ਤ੍ਰਿਆ, ਜਿਹੜੀ ਉਸ ਗੁਰੂ ਕੇ ਸਿੱਖ ਭਾਈ ਬਹੋਰੇ ਦੀ ਜਿਹੜੀ ਘਰ ਵਾਲੀ ਹੈ, ਜਿਹੜੀ ਆਪ ਵੀ ਸਤਿਗੁਰਾਂ ਦੇ ਚਰਨਾਂ ਦੇ ਨਾਲ ਬਹੁਤ ਵੱਡਾ ਸਨੇਹ ਰੱਖਦੀ ਹੈ। ਤੇ ਸ਼ਾਮ ਵੇਲੇ ਬਾਬਾ ਵਿਧੀ ਚੰਦ ਜੀ ਦਾ ਸਤਿਕਾਰ ਕੀਤਾ, ਭੋਜਨ ਤਿਆਰ ਕਰਕੇ ਛਕਾਇਆ ਹੈ। ਤੇ ਕਹਿਣ ਲੱਗੇ ਕਿ ਹੁਣ ਉਹ ਜਿਹੜੇ ਪੁਸ਼ਾਕੇ ਤੜਕੇ ਦਿੱਤੇ ਹੋਏ ਸਨ, ਸ਼ਾਮ ਤੱਕ ਸਾਰੇ ਉਸ ਗੁਰੂ ਕੇ ਸਿੱਖ ਨੇ ਤਗੜਾ ਪ੍ਰਬੰਧ ਕਰਕੇ ਤੇ ਬਹੁਤ ਸਾਰੇ ਜਿਹੜੇ ਵਸਤਰ ਜਿਹੜੇ ਕਹੇ ਸਨ ਬਾਬਾ ਵਿਧੀ ਚੰਦ ਜੀ ਨੇ ਜਿਸ ਢੰਗ ਦੇ, ਉਹ ਤਿਆਰ ਕਰਵਾ ਲਏ ਹਨ। ਤੇ ਕਹਿਣ ਲੱਗੇ ਸਾਰੇ ਲਗਭਗ ਜਿਹੜੇ ਪੁਸ਼ਾਕੇ ਉਸੇ ਤਰ੍ਹਾਂ ਦੇ ਜਿਸ ਤਰ੍ਹਾਂ ਦੇ ਬਾਬਾ ਵਿਧੀ ਚੰਦ ਜੀ ਨੇ ਕਹੇ ਬਣ ਗਏ ਹਨ। ਤੇ ਬੜੇ ਪਿਆਰ ਦੇ ਨਾਲ ਬਾਬਾ ਵਿਧੀ ਚੰਦ ਜੀ ਦੇ ਲਿਆ ਕੇ ਅੱਗੇ ਰੱਖ ਦਿੱਤੇ ਹਨ। ਤੇ ਬਾਬਾ ਵਿਧੀ ਚੰਦ ਜੀ ਨੇ ਇੱਕ ਇੱਕ ਪੁਸ਼ਾਕਾ ਦੇਖਿਆ ਤੇ ਮਨ ਦੇ ਵਿੱਚ ਕਈ ਵਾਰੀ ਦੇਖਦੇ ਹਨ ਕਿ ਇਸੇ ਤਰ੍ਹਾਂ ਦੇ ਜੋਤਸ਼ੀ ਲੋਕ, ਖੋਜੀ ਲੋਕ ਪਾਉਂਦੇ ਹਨ, ਦੱਸਣਾ ਪੁੱਛਣਾ ਕਰਨ ਵਾਲੇ ਇਸੇ ਤਰ੍ਹਾਂ ਦੇ ਵਸਤਰ ਧਾਰਨ ਕਰਦੇ ਹਨ। ਇੱਕ ਇੱਕ ਵਸਤਰ ਦੇਖਿਆ ਹੈ। ਪਿੱਖ ਪ੍ਰਸੰਨ ਹੋਏ ਖੁਸ਼ੀ ਉਚਾਰੀ, ਬੜੇ ਖੁਸ਼ ਹੋ ਕੇ ਪ੍ਰਸੰਨ ਹੋ ਕੇ ਇਸ ਤਰ੍ਹਾਂ ਬੋਲੇ ਹਨ। ਤੇ ਕਹਿਣ ਲੱਗੇ ਕਿ ਹੇ ਗੁਰੂ ਕੇ ਸਿੱਖਾ, ਜਦੋਂ ਕੋਈ ਸਿੱਖ ਗੁਰੂ ਕੇ ਸਿੱਖ ਦੀ ਗੁਰੂ ਜਾਣ ਕੇ ਸੇਵਾ ਕਰਦਾ ਹੈ ਤੇ ਸਤਿਗੁਰੂ ਜਿਹੜੇ ਹਨ ਉਹ ਉਹਨਾਂ ਦੀ ਕੋਈ ਸੇਵਾ ਕਰੇ ਤੇ ਇੰਨੇ ਖੁਸ਼ ਨਹੀਂ ਹੁੰਦੇ ਜਿੰਨੇ ਖੁਸ਼ ਉਹ ਇਸ ਕਰਕੇ ਹੁੰਦੇ ਹਨ ਕਿ ਮੇਰੇ ਸਿੱਖ ਦਾ ਬਹੁਤ ਵੱਡਾ ਸਨਮਾਨ ਕੀਤਾ ਗਿਆ ਹੈ। ਜਦੋਂ ਕੋਈ ਗੁਰੂ ਕੇ ਸਿੱਖ ਦੀ ਭਾਵਨਾ ਦੇ ਨਾਲ ਕੋਈ ਸੇਵਾ ਕਰੇ ਤੇ ਗੁਰੂ ਹੋਰ ਖੁਸ਼ ਹੁੰਦਾ ਹੈ। ਬਾਬਾ ਵਿਧੀ ਚੰਦ ਜੀ ਕਹਿਣ ਲੱਗੇ ਕਿ ਕਈ ਵਾਰ ਸਾਨੂੰ ਸਤਿਗੁਰਾਂ ਨੇ ਬਚਨ ਕਹੇ ਹਨ ਕਿ ਮੇਰੀ ਖੁਸ਼ੀ ਉਦੋਂ ਕਈ ਗੁਣਾ ਹੋਰ ਵੱਧ ਜਾਂਦੀ ਜਦੋਂ ਕੋਈ ਭਾਵਨਾ ਦੇ ਨਾਲ ਮੇਰੇ ਸਿੱਖ ਦੀ ਸੇਵਾ ਕਰਦਾ ਹੈ। ਇਸ ਕਰਕੇ ਹੇ ਭਾਈ, ਤੁਸੀਂ ਮੈਨੂੰ ਸਹਿ ਪਾਤਸ਼ਾਹ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਚਰਨਾਂ ਦਾ ਸੇਵਕ ਜਾਣ ਕੇ ਬਹੁਤ ਵੱਡੀ ਸੇਵਾ ਕਰ ਰਹੇ ਹੋ, ਸੋਹਣੇ ਭੋਜਨ ਤਿਆਰ ਕਰਦੇ ਹੋ। ਤੁਹਾਡੀ ਸੇਵਾ ਜਿਹੜੀ ਹੈ ਉਹ ਬਹੁਤ ਵੱਡੀ ਹੈ। ਸਹਿ ਪਾਤਸ਼ਾਹ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਕਈ ਵਾਰ ਇਸ ਤਰ੍ਹਾਂ ਦੇ ਬਚਨ ਕੀਤੇ ਹਨ ਤੇ ਤੁਹਾਨੂੰ ਸਤਿਗੁਰਾਂ ਦੇ ਘਰ ਦੇ ਵਿੱਚੋਂ ਵੱਡੀਆਂ ਖੁਸ਼ੀਆਂ ਪ੍ਰਾਪਤ ਹੋਣਗੀਆਂ। ਤੇ ਕਹਿਣ ਲੱਗੇ ਕਿ ਉਸ ਵੇਲੇ ਫਿਰ ਮੇਰੋ ਜਾਨ ਮਾਣ ਇਨ ਕੀਨ, ਮੈਨੂੰ ਸਤਿਗੁਰਾਂ ਦੇ ਚਰਨਾਂ ਦਾ ਸੇਵਕ ਜਾਣ ਕੇ ਇੰਨਾ ਵੱਡਾ ਮਾਣ ਸਨਮਾਨ ਦੇ ਰਹੇ ਹੋ। ਤੇ ਜਦੋਂ ਸਤਿਗੁਰੂ ਜੀ ਇਹ ਜਾਣਨਗੇ ਜਾਂ ਜਦੋਂ ਮੈਂ ਸਤਿਗੁਰਾਂ ਨੂੰ ਜਾ ਕੇ ਦੱਸਾਂਗਾ, ਪਾਤਸ਼ਾਹ ਜੀ ਤਾਂ ਅੰਤਰਜਾਮੀ ਹਨ, ਗਰੀਬ ਨਿਵਾਜ ਪਾਤਸ਼ਾਹ ਜੀ ਸਾਰਾ ਕੁਝ ਹੀ ਜਾਣਦੇ ਹਨ। ਤੇ ਕਹਿਣ ਲੱਗੇ ਸਤਿਗੁਰੂ ਜੀ ਬਹੁਤ ਜ਼ਿਆਦਾ ਖੁਸ਼ ਪ੍ਰਸੰਨ ਹੋਣਗੇ। ਤੇ ਹੁਣ ਬਾਬਾ ਵਿਧੀ ਚੰਦ ਜੀ ਕਹਿਣ ਲੱਗੇ ਕਿ ਇਹ ਭਾਈ ਇੱਕ ਬੇਨਤੀ ਹੋਰ ਹੈ, ਇੱਕ ਸੁੰਦਰ ਸੰਗਲੀਆਂ ਦਾ ਇੱਕ ਗੁੱਛਾ, ਸੋਹਣਾ ਇੱਕ ਸੰਗਲੀ ਦਾ ਜਿਹੜਾ ਟੁਕੜਾ ਹੈ ਉਹ ਵੀ ਬਣਵਾ ਕੇ ਦਵੋ ਜੀ। ਤੇ ਕਿਸੇ ਚੰਗੇ ਲੋਹਾਰ ਦੇ ਕੋਲੋਂ ਸੋਹਣਾ ਇੱਕ ਛੋਟੀ ਜਿਹੀ ਜਿਹੜੀ ਸੰਗਲੀ ਹੈ ਮੋਢੇ ਤੇ ਰੱਖਣ ਵਾਸਤੇ ਇੱਕ ਇਹ ਚਾਹੀਦੀ ਹੈ। ਬਾਬਾ ਵਿਧੀ ਚੰਦ ਜੀ ਨੇ ਇਸ ਤਰ੍ਹਾਂ ਬਚਨ ਕੀਤਾ ਹੈ। ਤੇ ਜਦੋਂ ਸੁਬਾਹ ਹੋਏਗੀ, ਕੱਲ ਦਿਨ ਚੜ੍ਹਦਿਆਂ ਤੱਕ ਸ਼ਾਮ ਦਾ ਵੇਲਾ ਹੈ, ਕਹਿਣ ਲੱਗੇ ਕੱਲ ਦਿਨ ਚੜ੍ਹਦਿਆਂ ਤੱਕ ਇੱਕ ਬੇਨਤੀ ਮੇਰੀ ਇਹ ਹੈ, ਇਹ ਵੀ ਤਿਆਰ ਕਰਕੇ
ਤੇ ਮੇਰੇ ਕੋਲ हे ਗੁਰੂ ਕੇ ਸਿੱਖਾ ਛੇਤੀ ਦੇ ਨਾਲ ਪਹੁੰਚਾ ਦੇਵੋ ਜੀ। ਕਿਸੇ ਸੁਣਾਵੋ ਤੇ ਪਰ ਇਹ ਸਾਰਾ ਜਿਹੜਾ ਭੇਦ ਹੈ ਵਸਤਰ ਬਣਾਉਣ ਦਾ ਤੇ ਸੰਗਲੀ ਦਾ ਤੇ ਜਿੰਨਾ ਵੀ ਕੁਛ ਹੈ, ਇਹ ਜਿਹੜੀ ਖਬਰ ਹੈ ਇਹ ਕਿਸੇ ਹੋਰ ਤੱਕ ਨਹੀਂ ਜਾਣੀ ਚਾਹੀਦੀ ਕਿ ਗੁਰੂ ਕਾ ਸਿੱਖ ਆਇਆ ਸੀਗਾ, ਇਸ ਤਰ੍ਹਾਂ ਦਾ ਲਿਬਾਸ ਤਿਆਰ ਕਰਵਾਇਆ ਗਿਆ ਹੈ ਤੇ ਆ ਚੀਜ਼ਾਂ ਲੈ ਕੇ ਗਿਆ ਹੈ, ਜਾਂ ਆਂਢ ਗੁਆਂਢ ਦੇ ਵਿੱਚ ਵੀ ਨਹੀਂ ਦੱਸਣਾ ਕਿ ਗੁਰੂ ਕੇ ਚਰਨਾਂ ਦੇ ਵਿੱਚੋਂ ਸਿੱਖ ਆ ਕੇ ਮੇਰੇ ਕੋਲ ਠਹਿਰਿਆ ਸੀਗਾ। ਇਹ ਗੱਲ ਜਿਹੜੀ ਹੈ ਅੱਗੇ ਨਹੀਂ ਜਾਣੀ ਚਾਹੀਦੀ, ਇਹ ਕੋਲ ਰੱਖਣੀ ਹੈ। ਬਾਬਾ ਵਿਧੀ ਚੰਦ ਜੀ ਆਪ ਵੀ ਤੜਕੇ ਤੇ ਜਾਂ ਸ਼ਾਮ ਵੇਲੇ ਆਉਂਦੇ ਤੇ ਜਾਂਦੇ ਹਨ ਤੇ ਇਸ ਸਿੱਖ ਨੂੰ ਵੀ ਸੁਚੇਤ ਕੀਤਾ ਕਿ ਤੂੰ ਵੀ ਇਹ ਜਿਹੜੀ ਗੱਲ ਹੈ ਖਬਰ ਗਾਹ ਨਹੀਂ ਨਿਕਲਣੀ ਚਾਹੀਦੀ ਹੈ। ਤੇ ਹੁਣ ਇਸ ਤਰ੍ਹਾਂ ਕਹਿ ਕਰਕੇ ਬਾਬਾ ਵਿਧੀ ਚੰਦ ਜੀ ਨੇ ਕਹਿਣ ਲੱਗੇ ਕਿ ਉਸ ਵੇਲੇ ਫਿਰ ਇਮ ਕਹਿ ਪੋਸ਼ਿਸ਼ ਲੀਨ ਵਿਸਾਲਾ, ਸੋਹਣੀ ਜਿਹੜੀ ਪੁਸ਼ਾਕ ਤਿਆਰ ਕੀਤੀ ਬਾਬਾ ਵਿਧੀ ਚੰਦ ਜੀ ਨੇ ਉਹ ਲਈ ਹੈ। ਤੇ ਆਪ ਬਾਬਾ ਵਿਧੀ ਚੰਦ ਜੀ ਜਦੋਂ ਰਾਤ ਹੋਈ ਹੈ ਫਿਰ ਚੱਲ ਕੇ ਉਸ ਧਰਮਸ਼ਾਲਾ ਦੇ ਵਿੱਚ ਪਹੁੰਚ ਗਏ ਜਿੱਥੇ ਪਹਿਲੇ ਦਿਨ ਆ ਕੇ ਠਹਿਰੇ ਸਨ, ਜਿੱਥੇ ਰੁਕੇ ਹੋਏ ਹਨ। ਤੇ ਬੜੇ ਪਿਆਰ ਦੇ ਨਾਲ ਇੱਕ ਜਿਹੜੀ ਰਾਤ ਹੈ ਸ਼ਾਮ ਵੇਲੇ ਬਾਬਾ ਵਿਧੀ ਚੰਦ ਜੀ ਰਾਤ ਵੇਲੇ ਉੱਥੇ ਪਹੁੰਚੇ ਤੇ ਉਹ ਰਾਤ ਬਤੀਤ ਕੀਤੀ ਹੈ। ਤੇ ਅੰਮ੍ਰਿਤ ਵੇਲੇ ਫਿਰ ਉੱਠ ਕੇ ਬੰਦਗੀ ਕੀਤੀ ਹੈ, ਇਸ਼ਨਾਨ ਪਾਨ ਕੀਤਾ ਹੈ। ਤੇ ਕਹਿਣ ਲੱਗੇ ਕਿ ਫਿਰ ਤੇ ਜਿਹੜਾ ਵਸਤਰ ਲਿਬਾਸ ਬਾਬਾ ਵਿਧੀ ਚੰਦ ਜੀ ਰਾਤ ਤਿਆਰ ਕਰਕੇ ਲਿਆਏ ਸਨ, ਸੁਬਾਹ ਇਸ਼ਨਾਨ ਕਰਨ ਤੋਂ ਬਾਅਦ ਉਹ ਜਿਹੜੇ ਵਸਤਰ ਸਨ, ਉਹ ਜਿਹੜਾ ਭੀਖ ਹੈ ਬਾਬਾ ਵਿਧੀ ਚੰਦ ਜੀ ਨੇ ਜੋਤਸ਼ੀਆਂ ਵਾਲਾ, ਪੁੱਛਣਾ ਪਵਾਉਣ ਵਾਲਾ ਤੇ ਜੋਤਿਸ਼ ਦੀ ਵਿਦਿਆ ਗਿਣਤੀ ਮਿਣਤੀ ਵਾਲਾ, ਇਹ ਜਿਹੜਾ ਟੇਵੇ ਲਾਉਣ ਵਾਲਾ, ਦੱਸਣਾ ਪੁੱਛਣਾ ਕਰਨ ਵਾਲਾ ਜਿਹੜਾ ਇਸ ਤਰ੍ਹਾਂ ਦਾ ਭੇਖ ਹੈ, ਬਾਬਾ ਵਿਧੀ ਚੰਦ ਜੀ ਨੇ ਅਗਲੇ ਦਿਨ ਸੁਬਾਹ ਉੱਠ ਕੇ ਸਾਰਾ ਧਾਰਨ ਕਰ ਲਿਆ ਹੈ। ਤੇ ਆਪਣੇ ਜਿਹੜੇ ਕੇਸ ਹਨ ਉਹਨਾਂ ਨੂੰ ਚੰਗੀ ਤਰ੍ਹਾਂ ਚੋਪੜ ਲਿਆ ਹੈ, ਲਿਸ਼ਕਾ ਲਿਆ ਹੈ ਬਹੁਤ ਸੋਹਣੇ ਢੰਗ ਦੇ ਨਾਲ, ਜਿਸ ਤਰ੍ਹਾਂ ਉਹ ਬਣਾ ਕੇ ਰੱਖਦੇ ਸਨ ਜੋਤਸ਼ੀ, ਜਿਹੜੇ ਢੰਗ ਦੇ ਨਾਲ ਉਹ ਵਾਹੁੰਦੇ ਸਨ ਉਸੇ ਤਰ੍ਹਾਂ ਦੇ ਕੇਸ ਬਾਬਾ ਵਿਧੀ ਚੰਦ ਜੀ ਨੇ ਮੋੜ ਕੇ ਬਣਾਏ ਹਨ। ਤੇ ਕਹਿਣ ਲੱਗੇ ਫਿਰ ਸ਼ੀਸ਼ੇ ਦੇ ਸਾਹਮਣੇ ਖੜ ਕੇ ਆਪਣੇ ਜਿਹੜੇ ਦਾੜੇ ਦੇ ਕੇਸ ਹਨ ਉਹਨਾਂ ਨੂੰ ਅੱਧ ਦੇ ਵਿੱਚੋਂ 2 ਭਾਗ ਕਰਕੇ, ਵੱਧ ਦੇ ਵਿੱਚ ਚੀਰਾ ਪਾ ਕਰਕੇ, ਤੇ ਕਹਿਣ ਲੱਗੇ ਦੋਵਾਂ ਪਾਸੇ ਤਾਂ ਨੂੰ ਬਾਬਾ ਵਿਧੀ ਚੰਦ ਜੀ ਨੇ ਇਕੱਠੇ ਕਰਕੇ ਬੰਨ੍ਹ ਲਏ ਹਨ। ਤੇ ਕਹਿਣ ਲੱਗੇ ਦੋਵਾਂ ਪਾਸਿਆਂ ਤੋਂ ਕੇਸ ਇਕੱਠੇ ਕਰਕੇ ਤਾਂ ਨੂੰ ਕੰਨਾਂ ਕੋਲ ਕਰਕੇ ਤੇ ਇਕੱਠੇ ਕਰ ਲਏ ਹਨ। ਤੇ ਇਸ ਤਰ੍ਹਾਂ ਦਾ ਭੇਸ਼ ਵੱਖਰਾ ਜਿਹਾ ਬਾਬਾ ਵਿਧੀ ਚੰਦ ਜੀ ਨੇ, ਕਿਉਂਕਿ ਜਾਣਦੇ ਹਨ ਇਸ ਭੇਸ਼ ਦੇ ਵਿੱਚ ਤਾਂ ਬਹੁਤ ਸਾਰੇ ਮੈਨੂੰ ਪਹਿਲਾਂ ਵੀ ਜਾਣਦੇ ਹਨ, ਤੇ ਜਿਸ ਤਰ੍ਹਾਂ ਦਾ ਭੇਸ਼ ਉਸ ਵੇਲੇ ਲੋਕ ਜੋਤਸ਼ੀ ਲੋਕ ਧਾਰਨ ਕਰਿਆ ਕਰਦੇ ਸਨ, ਉਸ ਤਰ੍ਹਾਂ ਦਾ ਭੇਖ ਬਾਬਾ ਵਿਧੀ ਚੰਦ ਜੀ ਨੇ ਬਣਾ ਲਿਆ ਹੈ। ਤੇ ਕਹਿਣ ਲੱਗੇ ਕਿ ਹੁਣ ਠੋਡੀ ਦੇ ਜਿਹੜੇ ਕੇਸ ਉਹ ਸਾਈਡ ਤੇ ਕਰ ਲਏ ਹਨ, ਤੇ ਇਸ ਤਰ੍ਹਾਂ ਦਾ ਭੇਖ ਬਾਬਾ ਵਿਧੀ ਚੰਦ ਜੀ ਨੇ ਬਣਾ ਲਿਆ ਹੈ। ਤੇ ਦੋਨਾਂ ਮੁੱਛਾਂ ਨੂੰ ਜਿਸ ਤਰ੍ਹਾਂ ਪਹਿਲਾਂ ਸਿੱਧੇ ਰੱਖਦੇ ਸਨ, ਤੇਲ ਲਾ ਕੇ ਤੇ ਉਹਨਾਂ ਨੂੰ ਘੁਮਾ ਕੇ ਮਰੋੜ ਕੇ ਇੱਕ ਦੂਜੇ ਨਾਲ ਮਿਲਾ ਲਿਆ ਹੈ, ਤਾਂ ਨੂੰ ਕਰ ਲਿਆ, ਕੁੰਡੀਆਂ ਕਰ ਲਈਆਂ ਹਨ ਤੇ ਵੱਖਰਾ ਭੇਸ ਕੀ ਕਰ ਲਿਆ ਹੈ। ਤੇ ਹੁਣ ਜਿਹੜਾ ਵੱਡਾ ਲਿਬਾਸ ਹੈ, ਲੰਮਾ ਜਿਹੜਾ ਚੋਲਾ ਹੈ, ਸਭ ਤੋਂ ਥੱਲੇ ਬਾਬਾ ਵਿਧੀ ਚੰਦ ਜੀ ਨੇ ਧਾਰਨ ਕੀਤਾ ਹੈ। ਤੇ ਫਿਰ ਦੂਸਰਾ ਜਿਹੜਾ ਪਹਿਲੇ ਦੇ ਨਾਲੋਂ ਥੋੜਾ ਜਿਹਾ ਉੱਚਾ ਹੈ, ਇੱਕ ਪੁਸ਼ਾਕ ਪੈਰਾਂ ਤੱਕ ਜਿਹੜੀ ਨੀਵੀਂ ਉਹ ਪਾਈ ਹੈ, ਇੱਕ ਥੋੜੀ ਜਿਹੀ ਗੋਡਿਆਂ ਤੱਕ ਥੋੜੀ ਜਿਹੀ ਉੱਚੀ ਜਿਹੜੀ ਪੁਸ਼ਾਕ ਹੈ। ਬਾਬਾ ਵਿਧੀ ਚੰਦ ਜੀ ਨੇ ਦੂਸਰੀ ਪੁਸ਼ਾਕ ਉੱਤੇ ਸੋਹਣੀ ਚਮਕੀਲੀ ਜਿਹੜੀ ਹੋਰ ਧਾਰਨ ਕਰ ਲਈ ਹੈ। ਤੇ ਇੱਕ ਤੀਸਰਾ ਛੋਟੀ ਜਿਹੀ ਜਿਹੜੀ ਲਿਬਾਸ ਹੈ, ਛੋਟਾ ਜਿਹਾ ਜਿਹੜਾ ਕੱਪੜੇ ਦਾ ਬਣਿਆ ਹੋਇਆ, ਉਹ ਸਭ ਤੋਂ ਉੱਪਰ ਪਾ ਲਿਆ ਹੈ। ਇਸ ਤਰ੍ਹਾਂ 3 ਪੁਸ਼ਾਕਾਂ ਬਾਬਾ ਵਿਧੀ ਚੰਦ ਜੀ ਨੇ ਧਾਰਨ ਕੀਤੀਆਂ ਹਨ। ਤੇ ਸੋਹਣੇ ਢੰਗ ਦੇ ਨਾਲ ਇਹ ਜਿਹੜਾ ਲਿਬਾਸ ਹੈ
ਬਾਬਾ ਬੇਦੀ ਚੰਦ ਜੀ ਨੇ ਬਣਾਇਆ ਹੋਇਆ ਇਹ ਧਾਰਨ ਕਰ ਲਿਆ ਹੈ। ਚੌੜੀ ਤਰ੍ਹਾਂ ਬੰਦ ਦਸਤਾਰ ਤੇ ਫਿਰ ਇੱਕ ਚੌੜੀ ਫੱਟੀ ਵਾਲੀ ਜਿਹੜੀ ਦਸਤਾਰ ਹੈ ਬਣਾ ਕੇ ਉਸੇ ਢੰਗ ਦੀ ਜਿਹੜੀ ਲਿਆਂਦੀ ਗਈ ਹੈ, ਚੌੜੀ ਤਰ੍ਹਾਂ ਬੰਦ ਦਸਤਾਰ, ਉਹਨੂੰ ਘੁਮਾ ਕੇ ਪੇਚ ਬਣਾ ਕੇ ਉੱਪਰੋਂ ਦੀ ਬੜੀ ਚੌੜੀ ਕਰਕੇ ਉਹਨੂੰ ਸਜਾਇਆ ਹੈ। ਸਮਾਨ ਸੁਕੀਨ ਆਕਾਰ ਤੇ ਇਹ ਉੱਪਰਲੇ ਪਾਸਿਓਂ ਜਿਸ ਤਰ੍ਹਾਂ ਢਾਲ ਕਾਫੀ ਚੌੜੀ ਹੁੰਦੀ ਹੈ, ਢਾਲ ਲੱਕ ਤੇ ਸਜਾਉਣ ਵਾਲੀ, ਸ਼ਸਤਰ ਦਾ ਵਾਰ ਰੋਕਣ ਵਾਲੀ, ਤਲਵਾਰ ਨੂੰ ਰੋਕਣ ਵਾਲੀ, ਇਹ ਜਿਸ ਤਰ੍ਹਾਂ ਢਾਲ ਹੁੰਦੀ ਇਸ ਤਰ੍ਹਾਂ ਦੀ ਦੂਰ ਤੋਂ ਜਿਹੜੀ ਦਸਤਾਰ ਹੈ ਉਹ ਦਿਸ ਰਹੀ ਸੀਗੀ। ਆਪਾਂ ਦਸਤਾਰ ਸਿੱਧੀ ਜੀ ਸਜਾਉਂਦੇ ਹਾਂ, ਪਰ ਉਹ ਜਿਹੜਾ ਭੇਖ ਹੈ ਉਸ ਵੇਲੇ ਜਿਹੜਾ ਪੂਰਬਲੀ ਰਮਲੀਆਂ ਦਾ ਭੇਖ ਸੀਗਾ, ਜਿਸ ਤਰ੍ਹਾਂ ਉਹ ਚੌੜੀ ਜੀ ਦਸਤਾਰ ਫੱਟੀਦਾਰ ਗੋਲ ਤਾਂ ਚੌੜੀ ਬਣਾ ਲੈਂਦੇ ਸਨ, ਉਸੇ ਤਰ੍ਹਾਂ ਉੱਪਰੋਂ ਦੇਖਣ ਨੂੰ ਢਾਲ ਦੀ ਤਰ੍ਹਾਂ ਲੱਗਦੀ ਹੈ, ਸਿੱਧੀ ਚੌੜੀ। ਇਸ ਤਰ੍ਹਾਂ ਦੀ ਦਸਤਾਰ ਅੱਜ ਬਾਬਾ ਬੇਦੀ ਚੰਦ ਜੀ ਨੇ ਸਜਾਈ ਹੈ। ਪਰਮ ਪਜਾਮਾ ਪਾਇਓ ਤੇ ਇੱਕ ਚਮਕਦਾਰ ਥੱਲੇ ਜਿਹੜਾ ਪਜਾਮਾ ਹੈ ਉਹ ਬਾਬਾ ਬੇਦੀ ਚੰਦ ਜੀ ਨੇ ਧਾਰਨ ਕੀਤਾ ਹੈ। ਇਜ਼ਾਰ ਬੰਦ ਕਰਾਇਓ ਤੇ ਕਹਿਣ ਲੱਗੇ ਬੜਾ ਚਮਕਦਾਰ ਤੇ ਸੋਹਣਾ ਇਹ ਲਿਬਾਸ ਪਜਾਮਾ ਵੀ ਧਾਰਨ ਕਰ ਲਿਆ, ਦਸਤਾਰ ਧਾਰਨ ਕਰ ਲਈ ਹੈ, ਤੇ ਕੇਸ ਜਿਹੜੇ ਉਹ ਚੋਪੜ ਕੇ ਤਾਂ ਬੰਨ੍ਹ ਲਏ ਹਨ। ਤਿੰਨ ਪੁਸ਼ਾਕਾਂ ਧਾਰਨ ਕਰਕੇ ਬਾਬਾ ਬੇਦੀ ਚੰਦ ਜੀ ਤਿਆਰ ਹੋਏ ਹਨ। ਨੋਕਦਾਰ ਪਗ ਪਹਿਰਾ ਤੇ ਉਸੇ ਵੇਲੇ ਜਿਹੜਾ ਨੋਕਦਾਰ ਬਿਨਾਂ ਅੱਡੀਆਂ ਤੋਂ ਜਿਹੜਾ ਜੋੜਾ ਬਣਾਇਆ ਹੈ ਉਹ ਬਾਬਾ ਬੇਦੀ ਚੰਦ ਜੀ ਨੇ ਪੈਰਾਂ ਦੇ ਵਿੱਚ ਧਾਰਨ ਕੀਤਾ ਹੈ। ਸਾਨੀ ਬਣ ਕੇ ਗਹਿਰਾ ਤੇ ਬਹੁਤ ਇੱਕ ਹਿੰਦੁਸਤਾਨ ਦੇ ਇੱਕ ਕੋਨੇ ਦੇ ਵਿੱਚ ਜਿਹੜੇ ਇਸ ਤਰ੍ਹਾਂ ਦੇ ਲੋਕ ਇਹੋ ਜਿਹਾ ਪਹਿਰਾਵਾ ਧਾਰਨ ਕਰਕੇ ਤੇ ਉਹ ਰਹਿੰਦੇ ਸਨ, ਤੇ ਨਾਲੇ ਉਹਨਾਂ ਕੋਲ ਕਾਫੀ ਜਿਹੜੀ ਵਿਦਿਆ ਜੋਤਿਸ਼ ਦੀ ਹੁੰਦੀ ਸੀ, ਤੇ ਲੋਕਾਂ ਨੂੰ ਕਈ ਕੁਛ ਉਹਨਾਂ ਦਾ ਭੂਤ ਭਵਿੱਖ ਕਈ ਕੁਛ ਦੱਸਿਆ ਕਰਦੇ ਸਨ ਕਿ ਪਹਿਲਾਂ ਕੀ ਹੋਇਆ ਹੈ, ਆਉਣ ਵਾਲੇ ਸਮੇਂ ਦੇ ਵਿੱਚ ਕੀ ਹੋਏਗਾ, ਲੋਕਾਂ ਨੂੰ ਤੁਹਾਡਾ ਕਿਵੇਂ ਭਲਾ ਹੋਏਗਾ, ਜੇ ਕਿਸੇ ਨੇ ਚੋਰੀ ਹੋਈ ਹੈ ਤੁਹਾਡੀ ਚੋਰੀ ਕਿਹਨੇ ਕੀਤੀ ਹੈ, ਜੇ ਕਿਸੇ ਦਾ ਨੁਕਸਾਨ ਹੋਇਆ ਤੁਹਾਡਾ ਕਿਉਂ ਨੁਕਸਾਨ ਹੋਇਆ ਹੈ। ਜਿਸ ਤਰ੍ਹਾਂ ਅੱਜ ਵੀ ਆਪਾਂ ਟੀਵੀਆਂ ਦੇ ਵਿੱਚ ਸਾਰਾ ਕੁਝ ਦੇਖਦੇ ਹਾਂ, ਲੋਕ ਕਰਦੇ ਹਨ, ਉਸੇ ਤਰ੍ਹਾਂ ਦਾ ਉਦੋਂ ਵੀ ਬਹੁਤ ਪੁਰਾਣੇ ਸਮੇਂ ਦੇ ਵਿੱਚ ਇਸ ਤਰ੍ਹਾਂ ਦੇ ਲੋਕ ਹੁੰਦੇ ਸਨ, ਜਿਹੜੇ ਕਈ ਵਾਰੀ ਸ਼ਹਿਰਾਂ ਦੇ ਵਿੱਚ ਆਉਂਦੇ ਸਨ, ਜਿਹੜੇ ਕਹਿੰਦੇ ਸਨ, ਦਾਅਵਾ ਕਰਦੇ ਸਨ ਸਾਡੇ ਕੋਲ ਬਹੁਤ ਵੱਡੀ ਵਿਦਿਆ ਹੈ ਤੇ ਅਸੀਂ ਸਾਰਾ ਕੁਝ ਜਾਣਦੇ ਹਾਂ। ਇਹ ਉਸ ਤਰ੍ਹਾਂ ਦਾ ਭੇਖ ਬਾਬਾ ਬੇਦੀ ਚੰਦ ਜੀ ਨੇ ਹੁਣ ਧਾਰਨ ਕਰ ਲਿਆ ਹੈ। ਸਨੇ ਪਗ ਧਰੇ ਅਗਾਰੀ ਤੇ ਫਿਰ ਕਹਿਣ ਲੱਗੇ ਕਿ ਹੁਣ ਹੌਲੀ ਹੌਲੀ ਕਦਮ ਰੱਖਦੇ ਹਨ। ਪਹਿਲਾਂ ਤੇ ਸ਼ੇਰਾਂ ਦੀ ਤਰ੍ਹਾਂ ਚੱਲਦੇ ਸਨ, ਛਾਲਾਂ ਮਾਰ ਕੇ। ਬਾਬਾ ਬੇਦੀ ਚੰਦ ਜੀ ਇੱਕ ਤਗੜੇ ਯੋਧੇ ਸਨ, ਪਰ ਹੁਣ ਚਾਲ ਵੀ ਬਦਲ ਲਈ ਹੈ ਤੇ ਬੜੇ ਹੌਲੀ ਹੌਲੀ ਪੈਰ ਰੱਖ ਕੇ ਤੇ ਬਾਬਾ ਬੇਦੀ ਚੰਦ ਜੀ ਬਾਹਰ ਗਲੀ ਦੇ ਵਿੱਚ ਨਿਕਲੇ ਹਨ। ਤੇ ਕਦੇ ਕਿਸੇ ਗਲੀ ਦੇ ਵਿੱਚ, ਕਦੇ ਕਿਸੇ ਬਾਜ਼ਾਰ ਦੇ ਵਿੱਚ ਇਸੇ ਤਰ੍ਹਾਂ ਜਾ ਰਹੇ ਹਨ। ਨਿਗਾਹ ਜਿਹੜੀ ਹੈ ਬੜੀ ਚੰਚਲ ਹੈ, ਬੜੀ ਤੇਜ਼ ਹੈ ਬਾਬਾ ਬੇਦੀ ਚੰਦ ਜੀ ਦੀ, ਪਰ ਹੁਣ ਜਿਹੜੀ ਨਿਗਾਹ ਹੈ ਉਹ ਬਦਲ ਲਈ ਹੈ। ਨਿਗਾਹ ਕਿਸੇ ਨਾਲ ਮਿਲਾਉਂਦੇ ਨਹੀਂ, ਨੀਵੀਂ ਰੱਖਦੇ ਹਨ ਬੜੀ। ਜਿਸ ਤਰ੍ਹਾਂ ਕੋਈ ਸਧਾਰਨ ਜਿਹਾ ਪੁਰਸ਼ ਹੋਵੇ, ਬਾਬਾ ਬੇਦੀ ਚੰਦ ਜੀ ਥੱਲੇ ਨੂੰ ਮੂੰਹ ਕਰਕੇ ਚੱਲਦੇ ਹਨ। ਤੇ ਕਹਿਣ ਲੱਗੇ ਕਿ ਹੁਣ ਇਹ ਸਾਰਾ ਜਿਹੜਾ ਲਿਬਾਸ ਬਾਬਾ ਬੇਦੀ ਚੰਦ ਜੀ ਨੇ ਧਾਰਨ ਕੀਤਾ ਹੈ ਤੇ ਬੜਾ ਸਾਦਾ ਜਿਹਾ। ਹੁਣ ਇਸੇ ਤਰ੍ਹਾਂ ਮਨ ਦੇ ਵਿੱਚ ਕਈ ਤਰ੍ਹਾਂ ਦੇ ਵਿਚਾਰ ਲਿਆ ਕਰਕੇ ਬਾਬਾ ਬੇਦੀ ਚੰਦ ਜੀ ਜਾ ਰਹੇ ਸਨ। ਤੇ ਉਸ ਪਾਸੇ ਸ਼ਹਿਰ ਦੇ ਵੱਖਰੇ ਵੱਖਰੇ ਬਾਜ਼ਾਰਾਂ ਦੇ ਵਿੱਚ ਜਦੋਂ ਇਹ ਜਿਹੜਾ ਲਿਬਾਸ ਲੋਕਾਂ ਨੇ ਦੇਖਿਆ ਹੈ, ਨਰਨ ਅਜਾਇਬ ਵੇਸ ਨਿਹਾਰਾ, ਇਸ ਤਰ੍ਹਾਂ ਦਾ ਜਿਹੜਾ ਪੁਰਸ਼ ਹੈ ਅਸੀਂ ਪਹਿਲਾਂ ਤਾਂ ਕਦੇ ਦੇਖਿਆ ਨਹੀਂ। ਇਹ ਭਾਈ ਅਜੀਬ ਤਰ੍ਹਾਂ ਦਾ ਭੇਖ ਜਿਹੜਾ ਹੈ ਉਹ ਧਾਰਨ ਕੀਤਾ ਹੈ। ਨਰਨ ਅਜਾਇਬ ਵੇਸ ਨਿਹਾਰਾ, ਇਹ ਵੱਖਰਾ ਜਦੋਂ ਭੇਸ ਸਾਰੇ ਲੋਕਾਂ ਨੇ ਦੇਖਿਆ ਹੈ। ਤੇ ਉਸੇ ਵੇਲੇ ਇਸ ਮਨੁੱਖ ਨੂੰ, ਇਸ ਪੁਰਸ਼ ਨੂੰ ਦੇਖਣ ਵਾਸਤੇ ਕਈ ਲੋਕ ਇਕੱਤਰ ਹੋ ਕੇ ਕੋਲ ਆਉਂਦੇ ਹਨ ਤੇ ਕਈ ਨਾਲ ਨਾਲ ਚੱਲਦੇ ਵੀ ਹਨ। ਇਹ ਕੌਣ ਪੁਰਸ਼ ਹੈ, ਕਿੱਥੋਂ ਆਇਆ ਹੈ? ਤੇ ਕਈ ਦੇਖ ਦੇਖ ਕੇ ਹੈਰਾਨ ਹੋ ਰਹੇ ਹਨ। ਕਿਹੜੇ ਦੇਸ਼ ਤੋਂ, ਕਿਹੜੇ ਭਾਗ ਦੇ ਵਿੱਚੋਂ ਇੱਕ ਦੂਜੇ ਨਾਲ ਗੱਲਾਂ ਕਰਦੇ ਹਨ ਕਿ ਪੁਰਸ਼ ਚੱਲ ਕੇ ਆਇਆ ਹੈ, ਕੀ ਇਹ ਕਿਹੜਾ ਇਹਦਾ ਟਿਕਾਣਾ ਹੈ। ਪਹਿਲਾਂ ਤਾਂ ਭਾਈ ਆਪਾਂ ਇਸ ਇਲਾਕੇ ਦੇ ਵਿੱਚ, ਇਸ ਨਗਰ ਦੇ ਵਿੱਚ, ਬਾਜ਼ਾਰ ਦੇ ਵਿੱਚ ਇਸ ਨੂੰ ਕਦੇ ਨਹੀਂ ਤੱਕਿਆ ਹੈ।
ਤੇ ਕਈ ਨੇੜੇ ਆ ਕੇ ਤੇ ਕਈ ਗੱਲਾਂ ਬਾਬਾ ਵਿਧੀ ਚੰਦ ਜੀ ਦੇ ਕੋਲੋਂ ਪੁੱਛਦੇ ਵੀ ਹਨ ਕਿ ਭਾਈ ਤੂੰ ਕੌਣ ਹੈ, ਕਿੱਥੋਂ ਚੱਲ ਕੇ ਆਇਆ ਹੈ, ਜਾਣਕਾਰੀ ਲੈਂਦੇ ਹਨ। ਨਾਮ ਔਰ ਕਹਾਂ ਨਿਵਾਸ, ਤੇ ਭਾਈ ਦੱਸ ਤੇਰਾ ਨਾਮ ਕੀ ਹੈ ਤੇ ਕਿੱਥੇ ਨਿਵਾਸ ਹੈ ਤੇਰਾ ਅਸਲ ਦੇ ਵਿੱਚ, ਤੇ ਇੱਥੇ ਆ ਕੇ ਕਿੱਥੇ ਰਹਿ ਰਿਹਾ ਹੈ ਔਰ ਕੀ ਤੇਰਾ ਕੰਮ ਹੈ। ਸਾਰੇ ਕੋਲ ਆ ਕੇ ਵਾਰ-ਵਾਰ ਪੁੱਛਦੇ ਹਨ। ਸਾਹਿਬ ਲੋਗ ਦੂਰ ਹਮ ਦੇਸ, ਤੇ ਬਾਬਾ ਵਿਧੀ ਚੰਦ ਜੀ ਕਹਿਣ ਲੱਗੇ ਕਿ ਭਾਈ ਅਸੀਂ ਤਾਂ ਸਾਹਿਬ ਲੋਕ ਹਾਂ, ਸਾਹਿਬ ਲੋਕ, ਤੇ ਸਾਡਾ ਜਿਹੜਾ ਟਿਕਾਣਾ ਬੜੀ ਦੂਰ ਹੈ। ਮੈਂ ਬਹੁਤ ਦੂਰ ਕਈ ਸ਼ਹਿਰਾਂ ਨੂੰ ਪਾਰ ਕਰਕੇ ਤੇ ਇੱਥੇ ਤੁਹਾਡੇ ਨਗਰ ਦੇ ਵਿੱਚ ਪਹੁੰਚਿਆ ਹਾਂ। ਮਹਾਗੁਣ ਧਰੇ ਵਿਸ਼ੇਸ਼, ਤੇ ਮੈਂ ਬਹੁਤ ਗੁਣੀ ਹਾਂ ਤੇ ਮੈਂ ਬੜੇ ਉਸਤਾਦਾਂ ਦੀ ਮਾਰ ਖਾਧੀ ਹੈ ਤੇ ਚੰਗੇ ਤਗੜੇ ਗੁਣ ਮੇਰੇ ਕੋਲ ਹਨ। ਕਹਿਣ ਲੱਗੇ ਗੁਣੀ ਮਹਾ ਗੁਣ ਧਰੇ ਵਿਸ਼ੇਸ਼, ਮੇਰੇ ਕੋਲ ਵੱਡੇ ਬਹੁਤ ਤਗੜੇ ਗੁਰ, ਚੰਗੀਆਂ ਮੇਰੇ ਕੋਲ ਜੋਤਿਸ਼ ਵਿਦਿਆ ਦਾ ਗਿਣਤੀ ਮਿਣਤੀ ਦਾ ਹਿਸਾਬ ਕਿਤਾਬ ਲਾ ਕਰਕੇ ਬੰਦੇ ਦੇ ਕਰਮ ਦੇਖ ਲੈਂਦਾ ਹਾਂ, ਮੈਂ ਉਹਦਾ ਭਵਿੱਖ ਦੱਸ ਸਕਦਾ ਹਾਂ। ਮੇਰੇ ਕੋਲ ਇਸ ਤਰ੍ਹਾਂ ਦੇ ਗੁਣ ਹਨ, ਮੈਂ ਹਰੇਕ ਬੰਦੇ ਬਾਰੇ ਕੋਈ ਵੀ ਜਿਹੜੀ ਚੀਜ਼ ਹੈ, ਘਟਨਾ ਵਾਪਰੀ ਹੈ, ਆਉਣ ਵਾਲੇ ਸਮੇਂ ਦੇ ਵਿੱਚ ਕੀ ਹੋਣਾ ਹੈ, ਸਾਰਾ ਕੁਝ ਦੱਸ ਸਕਦਾ ਹਾਂ। ਤੇ ਬੜੇ ਪਿਆਰ ਦੇ ਨਾਲ ਜਿਹੜਾ ਜਿਹੜਾ ਕੋਈ ਆ ਕੇ ਪੁੱਛਦਾ ਹੈ, ਬਾਬਾ ਵਿਧੀ ਚੰਦ ਜੀ ਸਾਰਿਆਂ ਨੂੰ ਇਹ ਗੱਲ ਦੱਸਦੇ ਹਨ। ਤੇ ਹੁਣ ਜਿੱਥੇ ਕਿਲੇ ਦਾ ਦਰਵਾਜ਼ਾ ਹੈ, ਜਿਸ ਕਿਲੇ ਦੇ ਦਰਵਾਜ਼ੇ ਦੇ ਕੋਲ ਬਾਬਾ ਵਿਧੀ ਚੰਦ ਜੀ ਇੱਕ ਪਹਿਲਾਂ ਆਏ ਸਨ, ਪਹਿਲਾ ਘੋੜਾ ਕੱਢਣ ਵਾਸਤੇ ਕਿਲੇ ਦੇ ਵਿੱਚੋਂ, ਤੇ ਉੱਥੇ ਘਾਈ ਬਣ ਕੇ ਘਾਹ ਦੀ ਪੰਡ ਲੈ ਕੇ ਖੜ੍ਹਦੇ ਸਨ। ਤੇ ਉੱਥੋਂ ਹੀ ਫਿਰ ਸੋਹਣਾ ਘਾਹ ਦੇਖ ਕੇ ਤੇ ਬਾਦਸ਼ਾਹ ਦੇ ਕਿਲੇ ਦੇ ਵਿੱਚ ਨੌਕਰੀ ਮਿਲ ਗਈ ਸੀ ਬਾਬਾ ਵਿਧੀ ਚੰਦ ਜੀ ਨੂੰ। ਤੇ ਜਿਸ ਤਰ੍ਹਾਂ ਪਹਿਲਾਂ ਇੱਕ ਢੰਗ ਦੇ ਨਾਲ ਕਿਲੇ ਦੇ ਵਿੱਚੋਂ ਘੋੜਾ ਕੱਢਿਆ ਸੀਗਾ, ਪਹਿਲਾ ਘੋੜਾ, ਉਸੇ ਕਿਲੇ ਦੇ ਦੀਵਾਰ ਦੇ ਕੋਲ ਦਰਵਾਜ਼ੇ ਦੇ ਸਾਹਮਣੇ ਇੱਕ ਵੱਖਰਾ ਲਿਬਾਸ ਧਾਰਨ ਕਰਕੇ ਬਾਬਾ ਵਿਧੀ ਚੰਦ ਜੀ ਦੁਬਾਰਾ ਦੂਜਾ ਘੋੜਾ ਕੱਢਣ ਵਾਸਤੇ, ਜਿਹੜਾ ਗੁਲਬਾਗ ਘੋੜਾ ਹੈ ਬੜਾ ਕੀਮਤੀ ਦਰਿਆਈ, ਉਹਨੂੰ ਕੱਢਣ ਵਾਸਤੇ ਬਾਬਾ ਵਿਧੀ ਚੰਦ ਜੀ ਦੂਸਰੀ ਵਾਰ ਦੂਸਰੇ ਭੇਖ ਦੇ ਵਿੱਚ ਉੱਥੇ ਪਹੁੰਚੇ ਹਨ। ਤੇ ਕਹਿਣ ਲੱਗੇ ਕਿ ਹੇਰਨ ਹੇਤ ਅਨਕ ਨਰ ਸੰਗ, ਬਾਬਾ ਵਿਧੀ ਚੰਦ ਜੀ ਨੂੰ ਦੇਖਣ ਵਾਸਤੇ ਬਹੁਤ ਲੋਕ ਆ ਗਏ, ਇਕੱਤਰ ਹੋ ਕੇ ਕੋਲ ਪਹੁੰਚੇ ਹਨ। ਤੇ ਬਾਬਾ ਵਿਧੀ ਚੰਦ ਜੀ ਹੁਣ ਉੱਥੇ ਫਿਰ ਜਦੋਂ ਲੋਕ ਆਏ ਤੇ ਉਹਨਾਂ ਨੂੰ ਮਿਲਦੇ ਹਨ, ਕਈ ਵਾਰੀ ਚੱਲਦੇ ਹਨ, ਚੱਲਿਓ ਜਾਤ ਕਰ ਗਰੀਬ ਉਹ ਤੰਗ, ਤਾਂ ਹੁਣ ਸਿੱਧੀ ਕੀਤੀ ਹੋਈ ਹੈ। ਤੇ ਆਪਣੇ ਬਾਰੇ ਦੱਸਦੇ ਹਨ ਕਿ ਮੈਂ ਸਾਰਾ ਕੁਝ ਦੱਸ ਸਕਦਾ ਜੇ ਕਿਸੇ ਨੇ ਕੁਝ ਪੁੱਛਣਾ ਹੋਵੇ। ਤੇ ਕਈਆਂ ਦੇ ਨਾਲ ਵਿਚਾਰਾਂ ਕਰਦੇ ਹੋਏ ਉਸ ਬਾਜ਼ਾਰ ਦੇ ਵਿੱਚੋਂ ਦੀ ਲੰਘ ਕੇ ਦਰਵਾਜ਼ੇ ਦੇ ਕੋਲ ਪਹੁੰਚੇ ਹਨ। ਤੇ ਕਿਲੇ ਦੇ ਕੋਲ ਜਾ ਕਰਕੇ ਥੋੜੀ ਜੀ ਇੱਕ ਪਾਸੇ ਇੱਕ ਉੱਚੀ ਜੀ ਕੰਧ ਬਣੀ ਹੋਈ ਹੈ। ਬਾਬਾ ਵਿਧੀ ਚੰਦ ਜੀ ਨੇ ਉਹਨੂੰ ਜਾ ਕੇ ਦੇਖਿਆ ਹੈ। ਤੇ ਆਪਣੇ ਮਿੱਥੇ ਹੋਏ ਮਨ ਦੇ ਵਿੱਚ ਦਾ ਦੇ ਮੁਤਾਬਕ ਤੇ ਕਈ ਤਰ੍ਹਾਂ ਦੀਆਂ ਵਿਉਂਤਾਂ ਬਣਾ ਕੇ ਬਾਬਾ ਵਿਧੀ ਚੰਦ ਜੀ ਜਿਹੜੀ ਥੋੜੀ ਜੀ ਉੱਚੀ ਜਗ੍ਹਾ ਹੈ, ਉਸ ਦੀਵਾਰ ਇੱਕ ਛੋਟੀ ਜੀ ਬਣੀ ਹੋਈ ਕੰਧ ਦੇ ਉੱਪਰ ਜਾ ਕਰਕੇ ਬੈਠ ਗਏ ਹਨ। ਤੇ ਬਹੁਤ ਨਰ ਕਈ ਤਰ੍ਹਾਂ ਦੇ ਆਏ ਚੱਲ ਕੇ, ਤੇ ਜਿਹੜੇ ਭਲਾ ਭਲਾ ਕਹਿ ਰਹੇ ਸਨ, ਬੜਾ ਚੰਗਾ ਤਗੜਾ ਜੋਤਸ਼ੀ ਕਹਿ ਰਹੇ ਸਨ, ਇਹ ਪੁਰਸ਼ ਹੈ। ਇਸ ਤਰ੍ਹਾਂ ਕਰਦੇ ਕਰਦੇ ਕਈ ਲੋਕ ਆਏ ਹਨ। ਤੇ ਉਹ ਆ ਕੇ ਪੁੱਛਦੇ ਸਨ ਤੇ ਬਾਬਾ ਵਿਧੀ ਚੰਦ ਜੀ ਫਿਰ ਉਹਨਾਂ ਨੂੰ ਸਾਰਾ ਕੁਝ ਆਪਣੇ ਬਾਰੇ ਦੱਸਦੇ ਸਨ। ਤੇ ਕਹਿਣ ਲੱਗੇ ਕਿ ਖੋਜੀ, ਇੱਕ ਤਾਂ ਮੈਂ ਬਹੁਤ ਵੱਡੀ ਖੋਜ ਕਰ ਲੈਂਦਾ ਝਾਟੀ ਥੋੜ੍ਹੇ ਸਮੇਂ ਦੇ ਵਿੱਚ ਹੀ, ਵੱਡਾ ਖੋਜੀ ਹਾਂ। ਤੇ ਗਣਕ ਮੇਰੇ ਕੋਲ ਜੋਤਿਸ਼ ਵਿਦਿਆ ਹੈ, ਗਿਣਤੀ ਮਿਣਤੀ ਹੈ, ਬੰਦੇ ਦੇ ਨਾਮ ਦੇ ਅੱਖਰ ਦੇਖ ਕੇ ਮੈਂ ਸਾਰਾ ਕੁਝ ਬੁੱਝ ਜਾਂਦਾ ਹਾਂ, ਜਾਣ ਜਾਂਦਾ ਹਾਂ, ਮੈਨੂੰ ਪਤਾ ਲੱਗ ਜਾਂਦਾ ਹੈ ਕੋਈ ਵੀ ਜਿਹੜੀ ਘਟਨਾ ਵਾਪਰੀ ਹੋਵੇ। ਤੇ ਕਹਿਣ ਲੱਗਾ ਬਾਬਾ ਵਿਧੀ ਚੰਦ ਜੀ ਕਿ ਭਾਈ ਮੈਂ ਇਹ ਸਾਰਾ ਕੁਝ ਲੱਭ ਸਕਦਾ ਹਾਂ, ਦੱਸ ਸਕਦਾ ਹਾਂ। ਤੇ ਜਿਹੜੀ ਵਸਤੂ ਕਦੇ ਗਵਾਚ ਗਈ ਹੋਵੇ ਕਿਸੇ ਦੀ, ਉਹ ਕਿੰਨੇ ਖੜੀ ਹੈ, ਕਿੱਧਰ ਗਈ ਹੈ, ਕਦੋਂ ਲੱਭੇਗੀ, ਮੈਂ ਕਿੱਥੋਂ ਲੱਭੇਗੀ, ਸਾਰਾ ਕੁਝ ਦੱਸ ਸਕਦਾ ਹਾਂ। ਮੇਰੇ ਕੋਲ ਇਹ ਗੁਣ ਹੈ, ਮੈਂ ਉਸਤਾਦਾਂ ਦੀ ਮਾਰ ਖਾ ਕੇ
ਤੇ ਜੋਤਿਸ਼ ਵਿਦਿਆ ਵੱਡੀ ਗ੍ਰਹਿਣ ਕੀਤੀ ਹੋਈ ਹੈ। ਕੇਤ ਭਾਗਤ ਗਇਓ ਹਮਾਰੇ। ਤੇ ਕਹਿਣ ਲੱਗੇ ਕਿ ਭਾਈ ਕਈ ਲੋਕ ਉੱਥੇ ਆਏ, ਕੇਤਕ ਭਾਖਤ ਗੁਣੀ ਗਇਓ ਹਮਾਰੇ। ਕਈ ਆਖਦੇ ਹਨ ਕਿ ਇਹ ਪੁਰਸ਼ਾ ਸਾਡੀ ਆਹ ਚੀਜ਼ ਗਵਾਚੀ ਹੈ, ਕੋਈ ਆਖਦਾ ਸਾਡੇ ਘਰ ਦੇ ਵਿੱਚ ਪਹਿਲਾਂ ਚੋਰੀ ਹੋਈ ਹੈ। ਤੇ ਕਈ ਲੋਕ ਆ ਕੇ ਬਾਬਾ ਵਿਧੀ ਚੰਦ ਜੀ ਨੂੰ ਆਪਣੀਆਂ ਜਿਹੜੀਆਂ ਵਸਤੂਆਂ ਗਵਾਚੀਆਂ ਸਨ ਜਾਂ ਜਿਹੜਾ ਕਦੇ ਨੁਕਸਾਨ ਹੋਇਆ ਹੈ, ਆਉਣ ਵਾਲੇ ਸਮੇਂ ਦੇ ਵਿੱਚ ਕੀ ਹੋਏਗਾ, ਆ ਕੇ ਪੁੱਛਦੇ ਹਨ। ਸੁਣ ਕਰ ਸੰਗਲੀ ਹੱਥ ਲਗਾਵੇ। ਤੇ ਫਿਰ ਬਾਬਾ ਵਿਧੀ ਚੰਦ ਜੀ ਦੇ ਕੋਲ ਇੱਕ ਸੰਗਲੀ ਹੈ, ਇੱਕ ਹੱਥ ਦੇ ਵਿੱਚ ਛੋਟੀ ਜਿਹੀ ਛੜੀ ਫੜੀ ਹੁੰਦੀ ਹੈ, ਜਿਸ ਤਰ੍ਹਾਂ ਜਾਦੂਗਰਾਂ ਨੇ ਫੜੀ ਹੋਈ ਹੈ। ਇੱਕ ਛੋਟੀ ਜਿਹੀ ਛੜੀ ਹੈ ਤੇ ਇੱਕ ਕੋਲ ਬਾਬਾ ਵਿਧੀ ਚੰਦ ਜੀ ਦੀ ਸੰਗਲੀ ਹੈ। ਤੇ ਕਹਿਣ ਲੱਗੇ ਕਿ ਹੁਣ ਸੁਣ ਕਰ ਸੰਗਲੀ ਹੱਥ ਲਗਾਵੇ। ਕਦੇ ਸੰਗਲੀ ਨੂੰ ਹੱਥ ਲਾਉਂਦੇ ਹਨ, ਕਦੇ ਛੜੀ ਨੂੰ ਦੇਖਦੇ ਹਨ, ਕਦੇ ਅੱਖਾਂ ਮੀਟ ਲੈਂਦੇ ਹਨ। ਇਸ ਤਰ੍ਹਾਂ ਜਦੋਂ ਕੋਈ ਆ ਕੇ ਬੈਠਦਾ ਹੈ ਤੇ ਫਿਰ ਉਹਨੂੰ ਸੁੰਘਦੇ ਹਨ ਵਾਰ-ਵਾਰ, ਤੇ ਕਈ ਤਰ੍ਹਾਂ ਦੀਆਂ ਗਿਣਤੀਆਂ ਮਿਣਤੀਆਂ ਕਰਕੇ ਤੇ ਉਹਨਾਂ ਪੁਰਸ਼ਾਂ ਨੂੰ ਫਿਰ ਦੱਸ ਦਿੰਦੇ ਹਨ। ਕਹਿਣ ਲੱਗੇ ਕਿ ਬਹੁਤ ਮਿਹਨਤ ਕਰਕੇ ਤੁਸੀਂ ਜਿਹੜਾ ਧਨ ਹੈ ਉਹ ਪ੍ਰਾਪਤ ਕੀਤਾ ਸੀਗਾ, ਤੇ ਬਹੁਤ ਔਖੇ ਥਾਂ ਤੇ ਜਿਹੜੀ ਤੁਹਾਡੀ ਚੀਜ਼ ਗਵਾਚੀ ਹੈ ਉਹ ਪਹੁੰਚੀ ਹੋਈ ਹੈ। ਉਹਦੇ ਵਾਸਤੇ ਕਈ ਤੁਹਾਨੂੰ ਉਪਾਅ ਕਰਨੇ ਪੈਣਗੇ, ਤੇ ਇਸ ਤਰ੍ਹਾਂ ਉਹ ਕੁਝ ਸਮਾਂ ਠਹਿਰ ਕੇ ਤੁਹਾਨੂੰ ਮਿਲ ਜਾਏਗੀ। ਕਈਆਂ ਨੂੰ ਇਸ ਤਰ੍ਹਾਂ, ਜਿਸ ਤਰ੍ਹਾਂ ਜੋਤਸ਼ੀ ਉਸ ਵੇਲੇ ਕਰਦੇ ਸਨ, ਇਸ ਤਰ੍ਹਾਂ ਕਈਆਂ ਲੋਕਾਂ ਨੂੰ ਇਸ ਤਰ੍ਹਾਂ ਕਹਿ ਰਹੇ ਸਨ। ਤੇ ਕਹਿਣ ਲੱਗੇ ਕਿ ਹੁਣ ਕਹਿ ਕੋ ਕੁਛ ਕਹੈ। ਕਿਸੇ ਨੂੰ ਕੋਈ ਹੋਰ ਗੱਲ ਕਹਿ ਦਿੰਦੇ ਹਨ ਤੇ ਕਿਸੇ ਨੂੰ ਹੋਰ ਗੱਲ ਕਹਿ ਦਿੰਦੇ ਹਨ। ਕਿਸੇ ਨੂੰ ਕਹਿ ਦਿੰਦੇ ਹਨ ਕਿ ਭਾਈ ਤੁਹਾਡੀ ਵਸਤੂ ਮਿਲ ਜਾਏਗੀ, ਕਿਸੇ ਨੂੰ ਆਖ ਦਿੰਦੇ ਹਨ ਕਿ ਤੁਹਾਡੀ ਨਹੀਂ ਮਿਲੇਗੀ। ਅੱਜ ਇਸ ਤਰ੍ਹਾਂ ਜੋਤਸ਼ੀ ਹੁਣ ਕਰਦੇ ਹੀ ਹਨ ਕਿ ਭਾਈ ਜਦੋਂ ਕਿਸੇ ਦੇ ਘਰ ਦੇ ਵਿੱਚ, ਆਪਾਂ ਵੀ ਆ ਪਿੰਡਾਂ ਦੇ ਵਿੱਚ ਕਈ ਵਾਰੀ ਇਸ ਤਰ੍ਹਾਂ ਦੇ ਲੋਕ ਆਉਂਦੇ ਹਨ ਤੇ ਭੋਲੀਆਂ ਭਾਲੀਆਂ ਮਾਤਾਵਾਂ ਦੇ ਕੋਲ ਆ ਕੇ ਬੈਠ ਜਾਂਦੇ ਹਨ, ਤੇ ਬੈਠ ਕੇ ਦੋ ਚਾਰ ਗੱਲਾਂ ਉਹ ਸਾਂਝੀਆਂ ਜਿਹੀਆਂ ਹੁੰਦੀਆਂ ਹਨ। ਘਰਾਂ ਦੇ ਵਿੱਚ ਕਹਿ ਦਿੰਦੇ ਕਿ ਤੁਹਾਡੇ ਲੜਾਈ ਝਗੜਾ ਰਹਿੰਦਾ ਹੈ, ਤੁਹਾਡੇ ਪੈਸਾ ਨਹੀਂ ਟਿਕਦਾ, ਤੁਹਾਡੇ ਘਰ ਦੇ ਵਿੱਚ ਕਦੇ ਕੋਈ ਬਿਮਾਰ ਹੋ ਜਾਂਦਾ ਹੈ, ਕਦੇ ਕੋਈ ਬਿਮਾਰ ਹੋ ਜਾਂਦਾ ਹੈ। ਅੱਜ ਤਿੰਨ ਚਾਰ ਗੱਲਾਂ ਜਦੋਂ ਆ ਕੇ ਕਰ ਦਿੰਦੇ ਤੇ ਬੀਬੀਆਂ ਕਹਿ ਦਿੰਦੀਆਂ ਇਹ ਤਾਂ ਭਾਈ ਅੰਤਰਜਾਮੀ ਸਾਰਾ ਕੁਝ ਹੀ ਜਾਣਦੇ ਹਨ। ਸਹੀ ਗੱਲ ਹੈ ਬਾਬਾ ਜੀ, ਇਸ ਤਰ੍ਹਾਂ ਹੀ ਹੁੰਦਾ ਹੈ। ਸਾਡਾ ਘਰ ਵਾਲਾ ਲੜਦਾ ਹੈ, ਪੈਸਾ ਸਾਡੇ ਘਰੇ ਟਿਕਦਾ ਨਹੀਂ, ਜਾਂ ਇਸ ਤਰ੍ਹਾਂ ਕੰਮ ਨੂੰ ਮਨ ਨਹੀਂ ਕਰਦਾ। ਉਹ ਚਾਰ ਪੰਜ ਗੱਲਾਂ ਕਰ ਦਿੰਦੇ ਹਨ, ਇੰਨੇ ਨਾਲ ਹੀ ਖੁਸ਼ ਹੋ ਜਾਂਦੇ ਹਨ। ਹੁਣ ਕਰਨਾ ਕੀ ਚਾਹੀਦਾ ਹੈ? ਤੇ ਫਿਰ ਉਹ ਆਣ ਕੇ ਕਹਿੰਦੇ ਹਨ ਕਿ ਭਾਈ ਤੁਸੀਂ ਸਾਨੂੰ 3100 ਰੁਪਈਆ ਦਿਓ, ਅਸੀਂ ਜਾ ਕੇ ਉਪਾਅ ਕਰ ਦੇਵਾਂਗੇ ਤੇ ਸੁੱਖ ਸ਼ਾਂਤੀ ਹੋ ਜਾਏਗੀ, ਘਰ ਦੇ ਵਿੱਚ ਬਰਕਤ ਵੀ ਪੈਣ ਲੱਗ ਜਾਏਗੀ, ਸਾਰਿਆਂ ਦਾ ਕੰਮ ਕਰਨ ਨੂੰ ਮਨ ਵੀ ਕਰੇਗਾ, ਲੜਾਈ ਝਗੜਾ ਵੀ ਹਟ ਜਾਏਗਾ। ਉਹ ਚਾਰ ਪੰਜ ਸਾਂਝੀਆਂ ਜਿਹੀਆਂ ਗੱਲਾਂ ਸੋਚ ਕੇ ਤੇ ਉਹ ਸਾਰਿਆਂ ਘਰਾਂ ਦੇ ਵਿੱਚ ਕਹੀ ਜਾਂਦੇ ਹਨ। ਹੁੰਦੀਆਂ ਕਿਸੇ ਨਾ ਕਿਸੇ ਘਰ ਦੇ ਵਿੱਚ ਤੇ ਇਹ ਗੱਲਾਂ ਕੋਈ ਨਾ ਕੋਈ 5-7 ਜਦੋਂ ਕਹਿੰਦੇ, ਇੱਕ ਦੋ ਤਾਂ ਹਰੇਕ ਘਰ ਦੇ ਵਿੱਚ ਇਸ ਤਰ੍ਹਾਂ ਦੀਆਂ ਹੁੰਦੀਆਂ ਹੀ ਹੈ। ਦੁੱਖ ਸੁੱਖ ਬਿਮਾਰੀ ਤੇ ਇਹ ਸਾਰਾ ਕੁਝ ਘਰਾਂ ਦੇ ਵਿੱਚ ਹੁੰਦਾ ਹੀ ਹੈ। ਤੇ ਉਹ ਗੱਲਾਂ ਦੇ ਵਿੱਚ ਆ ਜਾਂਦੇ ਹਨ। ਸਧਾਰਨ ਲੋਕ ਰਹਿਣ ਵਾਲੇ ਇਹੋ ਜਿਹੀਆਂ ਗੱਲਾਂ ਦੇ ਵਿੱਚ ਲਿਬਾਸ ਦੇਖ ਕੇ ਆ ਹੀ ਜਾਂਦੇ ਹਨ। ਤੇ ਕਈ ਘਰਾਂ ਦੇ ਵਿੱਚੋਂ ਪੈਸੇ ਇਸੇ ਤਰ੍ਹਾਂ ਇਕੱਠੇ ਕਰਕੇ ਕਿਸੇ ਦੇ ਘਰ ਦੇ ਵਿੱਚੋਂ ਫਿਰ ਉਹ ਲਿਸਟ ਬਣਾ ਕੇ ਦੇਣਗੇ ਕਿ ਭਾਈ ਆਹ ਚੀਜ਼ਾਂ ਲੈ ਕੇ ਆਓ ਤੇ ਫਿਰ ਤੁਹਾਡਾ ਉਪਾਅ ਕਰਾਂਗੇ। 5-7 ਹਜ਼ਾਰ ਦੀਆਂ ਚੀਜ਼ਾਂ ਲਿਖਾ ਦਿੰਦੇ ਹਨ, ਇੱਥੋਂ ਮਿਲਣਗੀਆਂ। ਤੇ ਸੁਣਨ ਵਾਲਾ ਕਹਿ ਦਿੰਦਾ ਇਹ ਤਾਂ ਸਾਨੂੰ ਲੱਭਣੀਆਂ ਹੀ ਨਹੀਂ, ਮਿਲਦੀਆਂ ਨਹੀਂ। ਉਹ ਕਹਿਣਗੇ ਫਿਰ ਸਾਨੂੰ ਤੁਸੀਂ 1100 ਰੁਪਈਆ ਦੇ ਦਿਓ, ਅਸੀਂ ਆਪ ਹੀ ਜਾ ਕੇ ਉਪਾਅ ਕਰ ਦੇਵਾਂਗੇ। ਤੇ ਕਿਸੇ ਦੇ ਕੋਲੋਂ 2100 ਰੁਪਈਆ ਲੈ ਲੈਂਦੇ, ਕਿਸੇ ਤੋਂ 1500, ਕਿਸੇ ਤੋਂ 1100, ਇੰਨੇ ਕੁ ਰੁਪਈਏ ਤੋਂ ਲੈ ਹੀ ਜਾਂਦੇ ਹਨ ਜੇ ਕੋਈ ਉਹਨਾਂ ਦੀਆਂ ਗੱਲਾਂ ਦੇ ਵਿੱਚ ਆ ਜਾਵੇ। ਉਹਨਾਂ ਦੇ ਕੋਲ ਇਸ ਤਰ੍ਹਾਂ ਦਾ ਹੁੰਦਾ ਹੈ ਤਜਰਬਾ। ਤੇ ਕਹਿਣ ਲੱਗੇ ਹੁਣ ਬਾਬਾ ਵਿਧੀ ਚੰਦ ਜੀ ਵੀ ਕਿਸੇ ਨੂੰ ਆਖ ਦਿੰਦੇ ਹਨ ਕਿ ਭਾਈ ਤੁਹਾਡੇ ਘਰ ਦੇ ਵਿੱਚ ਨਹੀਂ ਤੰਦਰੁਸਤੀ ਹੋਣੀ। ਕਿਸੇ ਨੂੰ ਕਹਿ ਦਿੰਦੇ ਹਨ ਉਪਾਅ ਕਰਾਂਗੇ ਆ ਜਾਵੇਗੀ। ਕਿਸੇ ਨੂੰ ਕੋਈ ਗੱਲ ਕਹਿ ਰਹੇ ਹਨ, ਕਿਸੇ ਨੂੰ ਕੋਈ ਗੱਲ। ਤੇ ਸਾਰੇ ਬਾਬਾ ਵਿਧੀ ਚੰਦ ਜੀ ਦੀਆਂ ਗੱਲਾਂ ਸੁਣ ਕੇ ਬੜੇ ਪ੍ਰਭਾਵਿਤ ਹੋ ਰਹੇ ਹਨ। ਤੇ ਸਾਰੇ ਅਚੰਭਿਤ ਹੋ ਜਾਂਦੇ ਹਨ ਕਿ ਇਹ ਜਿਹੜਾ ਜੋਤਸ਼ੀ ਹੈ ਬੜਾ ਗਹਿਰਾ ਹੈ। ਤੇ ਕਹਿਣ ਲੱਗੇ ਕਿ ਹੁਣ ਫੇਰ ਨਵੇਸ਼ ਹੱਥ ਬਹੁ ਮਿਲੇ। ਇਹਦਾ ਵੇਸ ਵੇਖ ਕੇ ਤੇ ਬਹੁਤ ਲੋਕ ਆ ਕੇ ਮਿਲੇ ਹਨ। ਤੇ ਕਹਿਣ ਲੱਗੇ ਕਿ ਖਰੇ ਕੇਤਕ ਬਾਤਨ ਰਸ ਧਰੇ। ਕਈ ਗੱਲਾਂ ਦਾ ਸਵਾਦ ਲੈਣ ਵਾਲੇ ਵੀ ਸਾਹਮਣੇ ਖੜੇ ਹਨ, ਦੇਖ ਰਹੇ ਹਨ
ਕਿ ਬਾਬਾ ਬਿਧੀ ਚੰਦ ਜੀ ਜੋ ਕਹਿ ਰਹੇ ਸਨ ਦਿਖਾਵਤ ਆਪੋ ਉੱਚੇ। ਤੇ ਬਾਬਾ ਬਿਧੀ ਚੰਦ ਜੀ ਇਸ ਤਰ੍ਹਾਂ ਆਪਣੇ ਆਪ ਨੂੰ ਉੱਚਾ ਦਰਸਾ ਰਹੇ ਹਨ ਤੇ ਉੱਥੇ ਬੈਠ ਕੇ ਸਾਰਿਆਂ ਨੂੰ ਗੱਲਾਂ ਦੱਸ ਰਹੇ ਹਨ ਲੋਚਨ ਤੈ ਸੋ ਪੁੱਛੇ। ਤੇ ਕਹਿਣ ਲੱਗੇ ਸਾਰੇ ਜਿਤਨੇ ਉੱਥੇ ਆਏ ਸਨ ਉਹ ਵੇਖ ਰਹੇ ਸਨ ਜਿਹੜਾ ਨਵਾਂ ਸ਼ਹਿਰ ਦੇ ਵਿੱਚ ਜੋਤਸ਼ੀ ਆਇਆ ਹੈ। ਤੇ ਕਹਿਣ ਲੱਗੇ ਕਿ ਹੁਣ ਇੱਕ ਸ਼ੀਸ਼ਾ ਸਾਹਮਣੇ ਬਾਬਾ ਬਿਧੀ ਚੰਦ ਜੀ ਨੇ ਰੱਖਿਆ ਹੋਇਆ ਹੈ ਤੇ ਕੁਝ ਸਾਜੋ ਸਮਾਨ, ਇੱਕ ਛੜੀ ਤੇ ਇੱਕ ਸੰਗਲੀ, ਇਸ ਤਰ੍ਹਾਂ ਦੀਆਂ ਚੀਜ਼ਾਂ ਸਾਹਮਣੇ ਪਈਆਂ ਹੋਈਆਂ ਹਨ ਤੇ ਵਾਰ-ਵਾਰ ਆਪਣਾ ਜਿਹੜਾ ਭੀਖ ਹੈ ਆਪਣਾ ਬਣਾਇਆ ਹੋਇਆ ਉਹਨੂੰ ਵੀ ਦੇਖ ਲੈਂਦੇ ਹਨ ਤੇ ਕਹਿਣ ਲੱਗੇ ਆਪਣੀਆਂ ਮੁੱਛਾਂ ਨੂੰ ਸਵਾਰਦੇ ਹਨ ਤੇ ਸੋਹਣਾ ਲਿਬਾਸ ਜਿਹੜਾ ਧਾਰਨ ਕੀਤਾ ਹੈ ਵੱਖਰਾ ਜੋਤਸ਼ੀਆਂ ਵਾਲਾ ਉਹਨੂੰ ਦੇਖਦੇ ਹਨ ਤੇ ਕਹਿਣ ਲੱਗੇ ਕਿ ਹੁਣ ਕਦੇ ਆਪਣੇ ਹੱਥ ਦੇ ਵਿੱਚ ਜਿਹੜੀ ਛੜੀ ਹੈ ਜਾਂ ਸੰਗਲੀ ਉਹਨੂੰ ਪਕੜ ਲੈਂਦੇ ਹਨ ਤੇ ਇਸ ਤਰ੍ਹਾਂ ਜਦੋਂ ਲੋਕ ਇਕੱਤਰ ਹੋਏ ਹਨ ਤੇ ਆਸ-ਪਾਸ ਗੱਲਾਂ ਹੋ ਰਹੀਆਂ ਹਨ। ਇਹ ਸਾਰਾ ਕੁਝ ਸੁਣ ਕੇ ਤੇ ਜੇਲ੍ਹ ਦਾ ਜਿਹੜਾ ਦਰੋਗਾ ਹੈ ਉਹਦਾ ਇੱਕ ਦਾਸ ਇੱਕ ਸੇਵਕ ਰੌਲਾ ਜਿਹਾ ਪੈਂਦਾ ਦੇਖ ਕੇ ਉੱਧਰ ਆਇਆ ਹੈ ਕਿ ਭਾਈ ਕੀ ਗੱਲ ਹੈ। ਆ ਕੇ ਉਹਨੇ ਦੇਖਿਆ ਹੈ ਤੇ ਕਹਿਣ ਲੱਗੇ ਬਹੁਤ ਵੱਡੀ ਭੀੜ ਆ ਕੇ ਸਾਹਮਣੇ ਦੇਖੀ ਤੇ ਨੇੜੇ ਆਇਆ ਹੈ ਤੇ ਆ ਕੇ ਆਮ ਲੋਕਾਂ ਨੂੰ ਪੁੱਛਦਾ ਹੈ ਕਿ ਭਾਈ ਇਹ ਕੌਣ ਹੈ, ਕਿਉਂ ਇੰਨੀ ਭੀੜ ਹੈ ਤੇ ਅਜੀਬ ਤਰ੍ਹਾਂ ਦਾ ਭੇਸ ਹੈ ਤੇ ਪੁਰ ਕਿਸ ਪੁਰ ਭਾਉਣ, ਇਹਦੀ ਕਿਹੜੀ ਜਗ੍ਹਾ ਕਿਹੜਾ ਟਿਕਾਣਾ ਹੈ। ਤੇ ਕਹਿਣ ਲੱਗੇ ਕਿ ਉਸ ਵੇਲੇ ਫਿਰ ਸੁਣ ਕੇ ਬੋਲਤ ਭਾ ਤੇ ਸਬੋਰਾ, ਉਸ ਵੇਲੇ ਦੇ ਜਿਹੜੇ ਲੋਕ ਸਨ ਉਹਨਾਂ ਨੇ ਫਿਰ ਸਾਰਾ ਕੁਝ ਦੱਸਿਆ ਹੈ ਤੇ ਬਾਬਾ ਬਿਧੀ ਚੰਦ ਜੀ ਨੇ ਵੀ ਫਿਰ ਦੱਸਿਆ। ਕਹਿਣ ਲੱਗੇ ਕਿ ਹੇ ਭਾਈ ਖੋਜੀ ਗਣਕ ਨਾਮ ਹੈ ਮੇਰਾ, ਮੈਨੂੰ ਸਾਰੇ ਲੋਕ ਖੋਜੀ ਕਹਿੰਦੇ ਹਨ, ਮੈਂ ਤਗੜੀਆਂ ਖੋਜਾਂ ਕਰਦਾ ਹਾਂ ਤੇ ਮੇਰਾ ਟਿਕਾਣਾ ਬਹੁਤ ਦੂਰ ਹੈ, ਮੈਂ ਦੂਰ ਤੋਂ ਆਇਆ ਹਾਂ। ਇੱਥੇ ਬਾਹਰ ਹੀ ਜੰਗਲ ਦੇ ਵਿੱਚ ਹੀ ਮੈਂ ਕੁਝ ਸਮੇਂ ਤੋਂ ਰਹਿ ਰਿਹਾ ਹਾਂ ਤੇ ਕਹਿਣ ਲੱਗੇ ਕਿ ਹੁਣ ਬਾਬਾ ਬਿਧੀ ਚੰਦ ਜੀ ਨੇ ਉਸ ਵੇਲੇ ਗੁਣ ਆਪਣੋ ਦਿਖਾ ਰਿਓ, ਚਾਹੇ ਮੈਂ ਆਪਣਾ ਗੁਣ ਦਿਖਾਉਣਾ ਚਾਹੁੰਦਾ ਹਾਂ। ਮੈਂ ਬਹੁਤ ਤਗੜੀ ਵਿਦਿਆ ਲਈ ਹੋਈ ਹੈ ਜੋਤਸ਼ੀ ਦੀ ਤੇ ਜਿਹੜਾ ਕੋਈ ਮੈਨੂੰ ਆ ਕੇ ਕੋਈ ਵੀ ਚੀਜ਼ ਪੁੱਛਦਾ ਹੈ ਮੈਂ ਦੱਸ ਸਕਦਾ ਹਾਂ। ਮੇਰੇ ਕੋਲ ਸਾਰੇ ਤਰ੍ਹਾਂ ਦੀ ਇਹ ਵਿਦਿਆ ਹੈ, ਗਿਆਨ ਹੈ। ਤੇ ਉਸ ਦਾਸ ਨੂੰ ਉਸ ਕਿਲੇ ਦਾ ਜਿਹੜਾ ਦਰੋਗਾ ਇਹਦਾ ਨੌਕਰ ਹੈ ਇਹਨੂੰ ਸਾਰਾ ਕੁਝ ਦੱਸਿਆ ਹੈ ਤੇ ਕਈ ਖੋਜੀ ਪਹਿਲਾਂ ਵੀ ਜੋਤਸ਼ੀ ਬਾਦਸ਼ਾਹ ਦੇ ਕੋਲ ਗਏ ਸਨ, ਬਾਦਸ਼ਾਹ ਨੇ ਮੰਗਵਾਏ ਸਨ, ਉਹਨਾਂ ਤੋਂ ਕਈ ਕੁਝ ਪੁੱਛਿਆ ਸੀਗਾ। ਜਿਹਦੀ ਜੋਤਿਸ਼ ਵਿਦਿਆ ਸਹੀ ਹੋਏਗੀ ਉਹਨੂੰ ਇਨਾਮ ਦਿੱਤੇ ਜਾਣਗੇ ਜੇ ਘੋੜਾ ਲੱਭ ਗਿਆ। ਤੇ ਹੁਣ ਬਾਬਾ ਬਿਧੀ ਚੰਦ ਜੀ ਨੂੰ ਵੀ ਜਿਸ ਤਰ੍ਹਾਂ ਇਹ ਜਿਹੜਾ ਨੌਕਰ ਹੈ ਇਹ ਬਾਦਸ਼ਾਹ ਦੇ ਕੋਲ ਲੈ ਕੇ ਜਾਵੇਗਾ ਬਾਬਾ ਬਿਧੀ ਚੰਦ ਜੀ, ਜੇ ਤੂੰ ਖੋਜੀ ਹੈ ਤੇ ਆ ਤੈਨੂੰ ਮੈਂ ਸਾਰਾ ਕੁਝ ਦਿਖਾਉਂਦਾ ਹਾਂ। ਬਾਦਸ਼ਾਹ ਦੇ ਕੋਲ ਲੈ ਕੇ ਜਾਂਦਾ ਹਾਂ ਤੇ ਫਿਰ ਤੂੰ ਜਿਹੜੇ ਘੋੜੇ ਗਵਾਚੇ ਹੋਏ ਹਨ ਉਹਦੇ ਬਾਰੇ ਸਾਨੂੰ ਦੱਸ ਪਾ। ਜੇ ਤੇਰਾ ਜਿਹੜਾ ਤਜਰਬਾ ਸਹੀ ਹੋਇਆ, ਟੇਵਾ ਸਹੀ ਲੱਗਿਆ ਤੇ ਫਿਰ ਤੈਨੂੰ ਮੂੰਹ ਮੰਗੇ ਅਸੀਂ ਇਨਾਮ ਦੇਵਾਂਗੇ। ਇਸ ਤਰ੍ਹਾਂ ਦੀਆਂ ਗੱਲਾਂ ਕਰਕੇ ਜਿਸ ਤਰ੍ਹਾਂ ਨੌਕਰ ਲੈ ਕੇ ਜਾਏਗਾ ਤੇ ਬਾਬਾ ਬਿਧੀ ਚੰਦ ਜੀ ਦੂਸਰਾ ਘੋੜਾ ਕਿਲੇ ਦੇ ਵਿੱਚੋਂ ਕੱਢਣਗੇ। ਆਉਣ ਵਾਲੇ ਸਮੇਂ ਦੇ ਵਿੱਚ ਸਾਰਾ ਇਤਿਹਾਸ ਸਰਵਣ ਕਰਾਂਗੇ। ਆਪ ਸਮੂਹ ਸੰਗਤ ਦਾ ਸ਼ੁਕਰਾਨਾ, ਹੋਈਆਂ ਬੇਅੰਤ ਪ੍ਰਕਾਰ ਦੀਆਂ ਭੁੱਲਾਂ ਦੀ ਖਿਮਾ। ਅਖੀਰ ਦੇ ਵਿੱਚ ਆਪਾਂ ਕੁਝ ਕੁ ਮਿੰਟ ਸਿਮਰਨ ਦੇ ਵਿੱਚ ਹਾਜ਼ਰੀ ਭਰਦੇ ਹਾਂ ਸਰਬੱਤ ਦੇ ਭਲੇ ਵਾਸਤੇ, ਸੰਸਾਰ ਦੀ ਚੜ੍ਹਦੀ ਕਲਾ ਵਾਸਤੇ, ਤੰਦਰੁਸਤੀਆਂ ਵਾਸਤੇ। ਆਓ ਸਾਰੀ ਸੰਗਤ ਰਲ ਕੇ ਸਿਮਰਨ ਦੇ ਵਿੱਚ ਇਕਾਗਰਤਾ ਦੇ ਨਾਲ ਕੁਝ ਕੁ ਸਮਾਂ ਆਪਾਂ ਹਾਜ਼ਰੀ ਭਰਨੀ ਹੈ। ਪ੍ਰੇਮ ਸਹਿਤ ਸਾਰੇ ਆਪਣੀ ਰਸਨਾ ਨੂੰ ਸਫਲਾ ਕਰੋ ਜੀ। ਵਾਹਿਗੁਰੂ 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 ਵਾਹਿਗੁਰੂ
ਗੁਰੂ ਵਾਹਿਗੁਰੂ 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 ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਿੱਖ ਧਰਮ ਦੀ ਹਰ ਗਤੀਵਿਧੀ ਅਤੇ ਗੁਰਬਾਣੀ ਵਾਸਤੇ ਹੁਣੇ ਸਬਸਕ੍ਰਾਈਬ ਕਰੋ ਗੁਰਬਾਣੀ ਅਖੰਡ ਬਾਣੀ ਅਤੇ ਨੋਟੀਫਿਕੇਸ਼ਨਸ ਵਾਸਤੇ ਬੈਲ ਨੂੰ ਰਿੰਗ ਕਰੋ।